ਅਸੀਂ ਉਸ ਇਤਿਹਾਸਕ ਨਗਰ ਵਿੱਚ ਬੈਠੇ ਹਾਂ ਜਿੱਥੇ ਇਤਿਹਾਸ ਦੀ ਲਿਖਾਈ ਵੀ ਸ਼ੁਰੂ ਹੋਈ। ਸਤਿਗੁਰੂ ਗੁਰੂ ਅੰਗਦ ਦੇਵ ਬਣ ਕੇ ਜਦੋਂ ਸੱਚੇ ਪਾਤਸ਼ਾਹ ਜੀ ਖਡੂਰ ਪਹੁੰਚੇ ਆ, ਅਸੀਂ ਆਪਣੀ ਸ਼ਬਦਾਵਲੀ ਵਿੱਚ ਅਦਬ ਨਾਲ ਖਡੂਰ ਸਾਹਿਬ ਕਹਿੰਦੇ ਆ। ਭਾਵੇਂ ਇਸ ਪਿੰਡ ਵਿੱਚ ਪਹਿਲਾਂ 20 ਵਸੋਂ ਸੀ। ਜਿਸ ਵਕਤ ਭਾਈ ਲਹਿਣਾ ਜੀ ਆਏ ਨੇ, ਸਰੀਰਕ ਤੌਰ ਤੇ ਵਸੋਂ ਇਸ ਨਗਰ ਵਿੱਚ ਪਹਿਲਾਂ ਵੀ ਸੀ, ਪਰ ਜਦੋਂ ਗੁਰੂ ਨਾਨਕ ਸਾਹਿਬ ਦੀ ਬਖਸ਼ਿਸ਼ ਲੈ ਕੇ ਗੁਰੂ ਅੰਗਦ ਸਾਹਿਬ ਜੀ ਦੇ ਰੂਪ ਵਿੱਚ ਇੱਥੇ ਆਏ, ਤੇ ਸੱਚ ਇਹ ਵੇ ਕਿ ਇਸ ਨਗਰ ਦਾ ਖਾਸ ਕਰਕੇ ਜ਼ਿਕਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਕੀਤਾ ਗਿਆ, ਕਿਉਂਕਿ ਕੁਝ ਥਾਵਾਂ ਨੇ ਜਿਨ੍ਹਾਂ ਦਾ ਜ਼ਿਕਰ ਗੁਰੂ ਗ੍ਰੰਥ ਸਾਹਿਬ ਵਿੱਚ ਸਾਨੂੰ ਮਿਲਦਾ ਹੈ। ਉਦਾਹਰਨ ਦੇ ਤੌਰ ਤੇ ਲਾਹੌਰ ਸ਼ਹਿਰ ਹੈ, ਪਹਿਲਾਂ ਇਸ ਇਕੱਠੇ ਪੰਜਾਬ ਦਾ ਹਿੱਸਾ ਸੀ, ਜਿਸ ਨੂੰ ਸਿੱਖ ਰਾਜ ਵੇਲੇ ਲਾਹੌਰ ਦਰਬਾਰ ਤੇ ਲਾਹੌਰ ਤਖਤ ਕਿਹਾ ਜਾਂਦਾ ਸੀ। ਅੱਜ ਉਹ ਪਾਕਿਸਤਾਨ ਵਿੱਚ ਹੈ, ਤੇ ਉਹ ਲਾਹੌਰ ਸ਼ਹਿਰ ਜਿੱਥੇ ਗੁਰੂ ਨਾਨਕ ਸਾਹਿਬ ਜੀ ਨੇ ਦੁਨੀ ਚੰਦ ਨੂੰ ਸੂਈ ਦੇ ਕੇ ਦੀਨ ਨਾਲ ਸੀ ਕੇ ਰੱਖ ਦਿੱਤਾ, ਉਹ ਲਾਹੌਰ ਸ਼ਹਿਰ ਜਿੱਥੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਉਹਨਾਂ ਨੇ ਦੁਨੀ ਚੰਦ ਨੂੰ ਆਤਮਿਕ ਉਪਦੇਸ਼ ਦਿੱਤਾ, ਔਰ ਉਹ ਸ਼ਹਿਰ ਜਿਸ ਦੇ ਚੂਨਾ ਮੰਡੀ ਬਾਜ਼ਾਰ ਵਿੱਚ ਸੋਢੀਆਂ ਦੇ ਘਰ ਨੇ, ਉੱਥੇ ਬਾਬਾ ਖਰਦਾਸ ਜੀ ਸੋਢੀ ਮਾਤਾ ਦਇਆ ਕੌਰ ਦੀ ਕੁੱਖ ਚੋਂ ਸੋਢੀ ਸੁਲਤਾਨ ਪਾਤਸ਼ਾਹ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦਾ ਜਨਮ ਹੋਇਆ ਹੈ। ਜ਼ਿਕਰ ਤਾਂ ਉਸ ਸ਼ਹਿਰ ਦਾ ਵੀ ਹੈ ਗੁਰੂ ਗ੍ਰੰਥ ਸਾਹਿਬ ਵਿੱਚ, ਤੇ ਉਹ ਸ਼ਹਿਰ ਦਾ 2 ਵਾਰੀ ਨਾਮ ਆਇਆ ਹੈ। ਇੱਕ ਤਾਂ ਹੈ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦਾ ਬਚਨ, ਲਾਹੌਰ ਸ਼ਹਿਰ ਜ਼ਹਿਰ ਕਹਿਰ ਸਵਾ ਪਹਿਰ। ਇਹ ਗੁਰੂ ਨਾਨਕ ਸਾਹਿਬ ਜੀ ਦੇ ਬਚਨ ਆਪ ਅਕਸਰ ਸੁਣਦੇ। ਟੀਕਾਕਾਰਾਂ ਨੇ ਇਹਦੇ ਅਰਥ ਕਰ ਲੱਗਿਆ ਆਪਣੇ ਆਪਣੇ ਢੰਗ ਨਾਲ, ਆਪਣੀ ਆਪਣੀ ਬੁੱਧ ਅਨੁਸਾਰ ਕੀਤੇ, ਤੇ ਆਪ ਸੰਗਤ ਨੂੰ ਬੇਨਤੀ ਕਰਾਂ, ਉਚਾਰਨ ਸ਼ੁੱਧ ਇੱਕ ਜੈਸਾ ਹੋਵੇ, ਪਰ ਅਰਥਾਂ ਨੂੰ ਅਸੀਂ ਕਦੀ ਵੀ ਇੱਕ ਸੀਮਾ ਵਿੱਚ ਨਹੀਂ ਬਣ ਸਕਦੇ। ਇਹ ਫਿਰ ਬੇਨਤੀ ਸੁਣਿਓ, ਕੁਝ ਅਰਥ ਐਸੇ ਨੇ ਜਿਹੜੇ ਕੋਸ਼ ਵਿੱਚੋਂ ਲੱਭ ਕੇ ਤਿਆਰ ਕੀਤੇ ਜਾਂਦੇ ਆ, ਪਰ ਉਂਝ ਗੁਰੂ ਕਾਲ ਵਿੱਚ ਗੁਰੂ ਗੋਬਿੰਦ ਸਿੰਘ ਜੀ ਤੱਕ ਹਾਂ ਜ਼ਬਾਨ ਤੋਂ ਕਥਾ ਜ਼ਰੂਰ ਸੁਣਾਈ, ਸੰਪਰਦਾਵਾਂ ਟਕਸਾਲਾਂ ਹਜ਼ੂਰ ਨੇ ਮੁਖ ਤੋਂ ਬਾਣੀ ਉਚਾਰਨ ਕੀਤੀ, ਤੇ ਗੁਰੂ ਗੋਬਿੰਦ ਸਿੰਘ ਜੀ ਨੇ ਮੁਖ ਤੋਂ ਗੁਰੂ ਗ੍ਰੰਥ ਸਾਹਿਬ ਦੇ 48 ਸਿੰਘਾਂ ਨੂੰ ਅਰਥ ਸੁਣਾਏ, ਪਰ ਲਿਖੇ ਨਹੀਂ ਸਨ। ਟੀਕਾ ਨਹੀਂ ਮੁਕੰਮਲ ਹੋਇਆ। ਇਹਦੇ ਵੀ ਕਈ ਕਾਰਨ ਨੇ। ਉਸ ਤੋਂ ਬਾਅਦ ਸਾਨੂੰ ਟੀਕੇ ਮਿਲਦੇ ਨੇ, ਪਰ ਮੈਂ ਫਿਰ ਵੀ ਬੇਨਤੀ ਕਰਾਂਗਾ, ਰਹਿੰਦੀ ਦੁਨੀਆ ਤੱਕ ਜਿਤਨੇ ਮਰਜ਼ੀ ਟੀਕੇ ਹੋਣ, ਚੰਗੀ ਬਾਤ ਹੈ, ਪਰ ਗੁਰੂ ਗ੍ਰੰਥ ਸਾਹਿਬ ਦੇ ਮੁਕੰਮਲ ਅਰਥ ਕਰਕੇ ਕੋਈ ਨਹੀਂ ਦਾਅਵਾ ਕਰ ਸਕਦਾ ਕਿ ਜਿਹੜੇ ਅਰਥ ਮੈਂ ਕੀਤੇ ਨੇ ਇਹ ਹੀ ਆਖਰੀ ਅਰਥ। ਕਿਉਂਕਿ ਕੱਲ ਸ਼ਾਇਦ ਪਰਸੋਂ ਰਾਤ ਮੈਂ ਇੱਕ ਜਗ੍ਹਾ ਬੋਲ ਰਿਹਾ ਸਾਂ, ਮੈਂ ਅਰਥ ਕਰ ਦਿਆਂਗਾ ਜ਼ਬਾਨ ਨਾਲ, ਪਰ ਮੇਰਾ ਜੀਵਨ ਤੇ ਓਨੀ ਸੁਰਤ ਓਨੀ ਨਿਰਮਲ ਨਹੀਂ ਜਿੰਨੀ ਉੱਚੀ ਅਵਸਥਾ ਵਿੱਚ ਬਾਣੀ ਉਚਾਰਨ ਕੀਤੀ ਗਈ। ਇਸ ਸ਼ਬਦ ਨੂੰ ਫਿਰ ਮੇਰੀ ਬੇਨਤੀ ਸੁਣਿਓ। ਹੁਣ ਦੇਖੋ, ਮੈਂ ਇਹ ਅਰਥ ਕਰ ਦਿਆਂਗਾ ਕਿ ਵੱਡਾ ਸਾਹਿਬ, ਉੱਚਾ ਥਾਂ, ਉੱਚੇ ਉੱਪਰ, ਉੱਚਾ ਨਾਉ। ਜਪਜੀ ਸਾਹਿਬ ਦੇ ਬਚਨ ਨੇ ਕਿ ਪਾਰ ਬ੍ਰਹਮ ਪਰਮੇਸ਼ਵਰ ਵੱਡੇ ਨੇ। ਸਾਹਿਬ ਦਾ ਅਰਥ ਮਾਲਕ,
ਵਾਹਿਗੁਰੂ ਮਾਲਕ ਸਭ ਤੋਂ ਵੱਡੇ, ਉਹਨਾਂ ਤੋਂ ਵੱਡਿਆਂ ਤੋਂ, ਉਸ ਵੱਡੇ ਤੋਂ, ਉਸ ਉੱਚੇ ਤੋਂ ਉੱਚਾ ਉਹਦਾ ਨਾਮ ਹੈ। ਵੱਡਾ ਸਾਹਿਬ, ਉੱਚਾ ਥਾਂ, ਉੱਚੇ ਉੱਪਰ, ਉੱਚਾ ਨਾਉ, ਥਾਂ ਵੱਡਾ, ਨਾਉ ਉੱਚਾ। ਪਰ ਅੱਗੇ ਸਤਿਗੁਰਾਂ ਨੇ ਇੱਕ ਸ਼ਰਤ ਲਾ ਦਿੱਤੀ, ਇਹ ਅਰਥ ਆਖਰੀ ਕਰ ਦਿੱਤੇ, ਵੱਡਾ ਸਾਹਿਬ, ਉੱਚਾ ਥਾਂ, ਉੱਚੇ ਉੱਪਰ, ਉੱਚਾ ਨਾਉ। ਅਗਲੇ ਬਚਨ ਨੇ ਇਹ ਵੱਡ ਉੱਚਾ ਹੋਵੇ ਕੋਈ। ਇਹਦਾ ਮਤਲਬ ਕਿ ਇੰਨਾ ਵੱਡਾ, ਇੰਨਾ ਉੱਚਾ ਕੋਈ ਹੋਵੇ ਤੇ ਉਸ ਉੱਚੇ ਪਰਮਾਤਮਾ ਨੂੰ ਜਾਣ ਸਕਦਾ ਹੈ। ਹੁਣ ਆਖਰੀ ਅਰਥ ਮੈਂ ਵੀ ਕਰ ਦਿਆਂਗਾ, ਇਹ ਵੱਡ ਉੱਚਾ ਹੋਵੇ ਕੋਈ। ਪਰ ਗੁਰਮਖੋ, ਇਹ ਵੱਡ ਉੱਚਾ ਅੱਖਰਾਂ ਨਾਲ ਨਹੀਂ ਹੁੰਦਾ, ਇਹ ਵੱਡ ਉੱਚਾ ਰੱਬ ਦੀ ਕਿਰਪਾ ਨਾਲ ਹੀ ਹੋ ਸਕਦਾ। ਫਿਰ ਬੇਨਤੀ ਹੈ, ਵੱਡਾ ਸਾਹਿਬ, ਉੱਚਾ ਥਾਂ, ਉੱਚੇ ਉੱਪਰ, ਉੱਚਾ ਨਾਉ। ਇਹ ਵੱਡ ਉੱਚਾ ਹੋਵੇ ਕੋਈ, ਤਿਸ ਉੱਚੇ ਕੋ ਜਾਣੇ ਸੋਏ। ਉਸ ਉੱਚੇ ਨੂੰ ਜਾਣੇ। ਪਰ ਅਗਲੀ ਗੱਲ ਵੇਖੋ, ਫਿਰ ਮਤਾ ਕੋਈ ਕਹੇ ਮੈਂ ਏਵਡ ਵੱਡਾ ਹੋ ਕੇ ਉਹਨੂੰ ਜਾਣ ਲਿਆ, ਅੱਗੇ ਗੁਰੂ ਜੀ ਨੇ ਫਿਰ ਕਹਿ ਦਿੱਤਾ, ਨਹੀਂ, ਜੇਵਡ ਆਪ ਜਾਣੇ ਆਪ ਆਪ। ਫਿਰ ਇਹਨਾਂ ਤੁਕਾਂ ਨੂੰ, ਬੇਨਤੀ ਨੂੰ ਸੁਣਿਓ, ਏਵਡ ਉੱਚਾ ਹੋਵੇਗਾ ਤੇ ਉੱਚੇ ਨੂੰ ਜਾਣੇਗਾ। ਪਰ ਫਿਰ ਨਾਲ ਅੱਗੇ ਸੀਮਾ ਬੰਨ ਦਿੱਤੀ, ਨਹੀਂ, ਏਵਡ ਉੱਚਾ ਹੋ ਕੇ ਵੀ ਨਹੀਂ ਜਾਣ ਸਕਦਾ, ਇਹ ਸਿਰਫ ਉਹ ਹੀ ਜਾਣਦਾ ਹੈ, ਉਸ ਤੋਂ ਬਿਨਾ ਕਿੰਨੇ ਜਾਣਨਾ ਹੈ। ਮਹਾਰਾਜ ਕਹਿੰਦੇ, ਜੇਵਡ ਆਪ ਜਾਣੇ ਆਪ ਆਪ। ਤੇ ਜੇ ਕਿਸੇ ਨੇ ਜਾਣਿਆ ਹੈ ਆਪਣੇ ਉਦਮ ਨਾਲ, ਆਪਣੀ ਮੁਸ਼ੱਕਤ ਨਾਲ, ਆਪਣੀ ਸਾਧਨਾ ਨਾਲ ਨਹੀਂ। ਤਿੰਨ ਸ਼ਬਦ ਗੁਰੂ ਜੀ ਨੇ ਵਰਤੇ ਇੱਥੇ। ਮਹਾਰਾਜ ਬਚਨ ਕਰ ਰਿਹਾ, ਜੇਵਡ ਆਪ ਜਾਣੇ ਆਪ ਆਪ, ਨਾਨਕ ਨਦਰੀ ਕਰਮੀ ਦਾਤ। ਇਹ ਤਿੰਨ ਸ਼ਬਦ ਫਿਰ ਬੇਨਤੀ ਹੈ ਜੀ। ਜੇ ਜਾਣਿਆ ਹੈ ਤੇ ਉਸ ਦੀ ਨਦਰ ਨਾਲ ਜਾਣਿਆ ਹੈ। ਕਰਮੀ ਦਾ ਅਰਥ ਹੈ ਉਹਦੀ ਬਖਸ਼ਿਸ਼ ਨਾਲ ਜਾਣਿਆ ਹੈ। ਤੇ ਇਸ ਜਾਣੇ ਨੂੰ ਆਪਣੀ ਕਮਾਈ ਨਾਲ ਨਾ ਜੋੜੇ, ਇਸ ਜਾਣੇ ਨੂੰ ਦਾਤ ਜਾਣੇ, ਕਿਉਂਕਿ ਦਾਤਾਂ ਕਮਾਈਆਂ ਨਾਲ ਨਹੀਂ ਮਿਲਦੀਆਂ, ਦਾਤਾਂ ਕੇਵਲ ਦਾਤੇ ਦੀ ਮਿਹਰ ਨਾਲ ਮਿਲਦੀਆਂ। ਫਿਰ ਅਰਜ ਹੈ, ਮਹਾਰਾਜ ਗੁਰੂ ਸਾਹਿਬ ਦਾ ਬਚਨ ਹੈ, ਇਹ ਕਨੇਗੀ ਦਾਤ ਆਪਸ ਤੇ ਜੋ ਪਾਈਏ। ਉਹਨੂੰ ਦਾਤ ਕਿਵੇਂ ਕਹਿ ਸਕਨੇ ਆ ਜਿਹੜੀ ਕਹੀਏ ਜੀ ਮਿਹਨਤਾਂ ਕੀਤੀਆਂ, ਕਮਾਈਆਂ ਕੀਤੀਆਂ ਤੇ ਦਾਤਾਂ ਮਿਲੀਆਂ। ਪਿਆਰਿਓ, ਜੇ ਕਮਾਈਆਂ ਨਾਲ ਮਿਲਦਾ ਹੋਵੇ ਉਹ ਦਾਤ ਨਹੀਂ ਹੁੰਦੀ, ਦਾਤ ਤਾਂ ਉਹ ਹੈ ਜਿਹੜੀ ਉਹਦੀ ਬਖਸ਼ਿਸ਼ ਵਿੱਚੋਂ ਨਿਕਲਦੀ ਹੈ। ਇਹ ਕਨੇ ਕੀ ਦਾਤ ਆਪਸ ਤੇ ਜੋ ਪਾਈਐ, ਨਾਨਕ ਸਾ ਕਰਮਾਤ ਸਾਹਿਬ ਤੁਠੈ ਜੋ ਮਿਲੇ। ਜੋ ਸਾਹਿਬ ਦੀ ਪ੍ਰਸੰਨਤਾ ਵਿੱਚੋਂ ਮਿਲੇ ਉਹ ਹੀ ਦਾਤ ਹੈ। ਪਰ ਆਪਣੀ ਕਮਾਈ ਨਾਲ ਗੁਰਮਖੋ ਅਸੀਂ ਦਾਤ ਸ਼ਬਦ ਨਹੀਂ ਵਰਤ ਸਕਾਂਗੇ। ਮੈਂ ਫਿਰ ਬੇਨਤੀ ਕਰਾਂਗਾ ਉਸ ਵਿਸ਼ੇ ਤੇ। ਅੱਜ ਮੇਰੇ ਮਨ ਸੀ, ਇਸ ਖਡੂਰ ਸਾਹਿਬ ਦੀ ਧਰਤੀ ਨੇ ਸਾਨੂੰ ਬਹੁਤ ਰਹਿਮਤਾਂ ਦਿੱਤੀਆਂ ਤੇ ਅੱਜ ਵੀ ਦੇ ਰਹੀ ਹੈ। ਤੇ ਗੁਰੂ ਗ੍ਰੰਥ ਸਾਹਿਬ ਚੋਂ ਆਪਾਂ ਦਰਸ਼ਨ ਕਰਨੇ ਨੇ। ਲਾਹੌਰ ਸ਼ਹਿਰ ਦਾ ਜ਼ਿਕਰ ਆਇਆ ਤੇ ਗੁਰੂ ਨਾਨਕ ਸਾਹਿਬ ਜੀ ਨੇ ਫਰਮਾਇਆ, ਲਾਹੌਰ ਸ਼ਹਿਰ ਜ਼ਹਿਰ ਕਹਿਰ ਸਵਾ ਪਹਿਰ। ਇਹ 6 ਸ਼ਬਦਾਂ ਦਾ ਸ਼ਲੋਕ ਹੈ। ਲਾਹੌਰ ਸ਼ਹਿਰ ਹੈ, ਸਵਾ ਪਹਿਰ ਦਾ ਅਰਥ ਇੱਥੇ ਅੰਮ੍ਰਿਤ ਵੇਲਾ ਕੀਤਾ ਪ੍ਰੋਫੈਸਰ ਸਾਹਿਬ ਸਿੰਘ ਹੁਣਾਂ ਨੇ। ਉਹਨਾਂ ਦੇ ਅਰਥ ਇਹ ਨੇ ਕਿ ਜਿਹੜਾ ਸਵਾ ਪਹਿਰ ਅੰਮ੍ਰਿਤ ਵੇਲੇ ਬੰਦਗੀ ਦਾ, ਇਬਾਦਤ ਦਾ ਵੇਲਾ ਹੈ, ਉਸ ਵਕਤ ਇੱਥੇ ਕਹਿਰ ਹੋ ਰਿਹਾ ਹੈ, ਜ਼ਹਿਰ ਘੁਲ ਰਿਹਾ ਹੈ। ਉਹ ਜ਼ਹਿਰ ਕਾਹਦਾ? ਉਹ ਫਿਰ ਅੱਗੇ ਅਰਥ ਕਰਦਿਆਂ ਲਿਖਦੇ ਆ ਕਿ ਅੰਮ੍ਰਿਤ ਵੇਲੇ ਜੀਵ ਦੇ ਸਵਾਦ ਦੇ ਲਈ ਸਵਾ ਪਹਿਰ ਰਾਤ ਰਹਿੰਦੇ ਆ। ਅੰਮ੍ਰਿਤ ਵੇਲਾ ਜਿਹਨੂੰ ਵਰਤਿਆ, ਉੱਥੇ ਜੀਵਾਂ ਦਾ ਘਾਤ ਕੀਤਾ ਜਾ ਰਿਹਾ ਜੀਵ ਦੇ ਸਵਾਦ ਲਈ। ਉਹਨਾਂ ਅਰਥ ਇਹ ਕੀਤੇ। ਪਰ ਕੁਝ ਗੁਰਮੁਖਾਂ ਨੇ ਅਰਥ ਇਹਦੇ ਬਾਬਰ ਦੇ ਹਮਲੇ ਨਾਲ ਸੰਬੰਧਿਤ ਕੀਤੇ ਆ, ਕਿਉਂਕਿ ਬਾਬਰ ਨੇ ਲਾਹੌਰ ਵੀ ਹਮਲਾ ਕੀਤਾ। ਉਹ ਕਹਿੰਦੇ ਨੇ ਉੱਥੇ ਕਹਿਰ ਢੱਠਿਆ, ਜ਼ੁਲਮ ਦੀ ਸੱਚੀ ਮੁੱਚੀ ਜ਼ਹਿਰ ਘੁਲ ਗਿਆ। ਲਾਹੌਰ ਸ਼ਹਿਰ ਜ਼ਹਿਰ ਕਹਿਰ ਸਵਾ ਪਹਿਰ। ਮੈਂ ਫਿਰ ਇਸ ਕਰਕੇ ਆਰੰਭ ਚ ਕਰ ਦਿੱਤਾ ਵੀ ਅਰਥਾਂ ਦਾ ਅੰਤ ਨਹੀਂ ਪੈ ਸਕਦਾ। ਇਸ ਤੋਂ ਅੱਗੇ ਸ਼ਲੋਕ ਹੈ ਗੁਰੂ ਅਮਰਦਾਸ ਜੀ ਦਾ। ਉਹ ਸ਼ਲੋਕ ਹੈ, ਲਾਹੌਰ ਸ਼ਹਿਰ ਲਾਹੌਰ ਸ਼ਹਿਰ ਅੰਮ੍ਰਿਤਸਰ ਸਿਫਤੀ ਦਾ ਘਰ। ਇਹ ਅਗਲਾ ਸ਼ਲੋਕ ਜਿਹੜੇ ਸੱਜਣ ਗੁਰਮੁਖ ਪਾਠ ਕਰਦੇ ਉਹਨਾਂ ਨੂੰ ਪਤਾ ਹੈ। ਇਹਦੇ ਅਰਥ ਵਿਦਵਾਨਾਂ ਨੇ ਕੀਤੇ ਜੀ ਕਿ ਲਾਹੌਰ ਸਿਰਫ ਸ਼ਹਿਰ ਹੈ ਤੇ ਨਾਲ ਕੀ ਹੋਇਆ, ਅੰਮ੍ਰਿਤਸਰ ਸਿਫਤੀ ਦਾ ਘਰ। ਇਹ ਗੁਰੂ ਅਮਰਦਾਸ ਦਾ ਬਚਨ ਹੈ ਕਿ ਲਾਹੌਰ ਸ਼ਹਿਰ। ਇਹਦੇ ਅਰਥ ਗੁਰਮੁਖੀ ਇਉਂ ਕਰਨ ਲੱਗੇ ਕਿ ਲਾਹੌਰ ਸ਼ਹਿਰ ਜਿੱਥੇ ਜ਼ਹਿਰ ਸੀ, ਕਹਿਰ ਸੀ,
ਉੱਥੇ ਗੁਰੂ ਰਾਮਦਾਸ ਜੀ ਦਾ ਆਗਮਨ ਹੋਇਆ ਤੇ ਸੱਚ ਇਹ ਵੇ ਕਿ ਅੱਜ ਉਹ ਸ਼ਹਿਰ ਸਿਫਤੀ ਦਾ ਘਰ ਬਣ ਗਿਆ, ਸੰਗਤ ਦਾ। ਇਹ ਅਰਥ ਕੀਤੇ, ਪਰ ਮੇਰੇ ਮਨ ਚ ਆਉਂਦਾ, ਮੈਂ ਦਾਵਾ ਨਹੀਂ ਕਰਾਂਗਾ ਅਰਥਾਂ ਦਾ, ਕਿਉਂਕਿ ਤੁਹਾਡੇ ਕੋਲ ਇੱਥੇ ਕਥਾਵਾਚਕ ਵਿਦਿਆਰਥੀ ਵੀ ਪੜ੍ਹੇ ਲਿਖੇ ਸੱਜਣ ਆ। ਜੇ ਸ਼ਹਿਰ ਦੀ ਗੱਲ ਚੱਲ ਰਹੀ ਹੈ, ਲਾਹੌਰ ਸਿਰਫ ਇੱਕ ਸ਼ਹਿਰ ਹੈ ਜਿੱਥੇ ਧੱਕਾ ਜ਼ੋਰ ਹੈ। ਗੁਰੂ ਰਾਮਦਾਸ ਜੀ ਦਾ ਆਗਮਨ ਹੋਇਆ ਹੈ, ਪਰ ਹਜ਼ੂਰ ਕਹਿ ਰਹੇ ਨੇ, ਮੈਨੂੰ ਇੰਜ ਭਾਸਦਾ ਲਾਹੌਰ ਸਿਰਫ ਇੱਕ ਸ਼ਹਿਰ ਬਣ ਕੇ ਰਹਿ ਜਾਏਗਾ। ਜਿਹੜੀ ਮੋੜੀ ਗੁਰੂ ਅਮਰਦਾਸ ਨੇ ਗੱਡੀ ਹੈ, ਇਹ ਅੰਮ੍ਰਿਤਸਰ ਇਹੋ ਜਿਹਾ ਵਸੇਗਾ ਤੇ ਸਦੇ ਰੱਬ ਦੀ ਸਿਫਤ ਕੀ ਹੁੰਦੀ ਰਹੇ। ਸੱਚੀ ਮੁੱਚੀ ਲਾਹੌਰ ਅੱਜ ਵੀ ਸ਼ਹਿਰ ਹੀ ਹੈ ਨਾ, ਪਰ ਗੁਰੂ ਜੀ ਨੇ ਕਿਹਾ ਲਾਹੌਰ ਸ਼ਹਿਰ, ਤੇ ਮਨ ਚਾਵੇਗਾ ਜੀ ਉਦੋਂ ਤੇ ਅੰਮ੍ਰਿਤਸਰ ਨਾ ਹੀ ਨਹੀਂ ਸੀ, ਉਦੋਂ ਮੋੜੀ ਗੱਡੀ ਤੇ ਸਿਰਫ ਅਸੀਂ ਮਹਾਰਾਜ ਨੇ ਨਾਮ ਰੱਖਿਆ ਗੁਰੂ ਕਾ ਚੱਕ, ਚੱਕ ਗੁਰੂ ਕਾ। ਉਂਝ ਆਪ ਇਸ ਇਲਾਕੇ 'ਚ ਬੈਠੇ ਹੋ, ਜਦੋਂ ਗੁਰੂ ਨਾਨਕ ਸਾਹਿਬ ਸੁਲਤਾਨਪੁਰ ਤੋਂ ਚੱਲੇ ਆ ਨਾ ਜੀ, ਪਹਿਲੀ ਉਦਾਸੀ, ਬਾਬਾ ਦੇਖੈ ਧਿਆਨ ਧਰ ਜਲਤੀ ਸਭ ਪ੍ਰਿਥਵੀ ਦਿਸਾਈ, ਇੱਥੋਂ ਮਹਾਰਾਜ ਜਦੋਂ ਚੱਲਦੇ ਆ ਤੇ ਆ ਦਰਿਆ ਪਾਰ ਕਰਕੇ ਨਾ ਜੀ ਬਿਆਸ, ਪਹਿਲਾ ਪੜਾਂ ਉਹ ਹੁੰਦਾ ਹੈ ਗੋਇੰਦਵਾਲ ਵਾਲੀ ਜਗ੍ਹਾ ਤੇ। ਅਜੇ ਗੋਇੰਦਵਾਲ ਤੇ ਵਸਿਆ ਨਹੀਂ ਸੀ। ਇੱਥੇ ਪ੍ਰਿੰਸੀਪਲ ਸਤਬੀਰ ਸਿੰਘ ਲਿਖਦੇ ਆ ਕਿ ਥਾਂ ਇੰਨਾ ਰਮਣੀਕ ਸੀ, ਇੱਕ ਤਾਂ ਹਰਿਆਵਲ ਤੇ ਨਿਰਮਲ ਦਰਿਆ ਦਾ ਪਾਣੀ। ਇੱਥੇ ਫਿਰ ਉਹ ਕਹਿੰਦੇ ਆ ਗੁਰੂ ਨਾਨਕ ਸਾਹਿਬ ਜੀ ਨੇ ਕੀਰਤਨ ਕੀਤਾ, ਕੀਰਤਨ ਦਾ ਇੰਨਾ ਆਨੰਦ ਬਣਿਆ। ਇੱਕ ਭਾਈ ਮਰਦਾਨਾ ਦੀ, ਦੂਸਰੇ ਗੁਰੂ ਨਾਨਕ ਸਾਹਿਬ ਦੀ। ਕੀਰਤਨ ਦੀ ਸਮਾਪਤੀ ਤੋਂ ਬਾਅਦ ਭਾਈ ਸਾਹਿਬ ਨੇ ਕਿਹਾ, ਸਤਿਗੁਰੂ ਇਸ ਜਗ੍ਹਾ ਤੇ ਇੰਨਾ ਮਨ ਟਿਕਿਆ, ਉਂਝ ਤਾਂ ਸਤਿਗੁਰੂ ਦਾ ਸ਼ਬਦ ਗਾਵਣ ਖਾ ਹੋ। ਮਹਾਰਾਜ ਜਗ੍ਹਾ ਕਿੰਨੀ ਸੋਹਣੀ। ਤੇ ਮਹਾਰਾਜ ਜੀ ਨੇ ਕਿਹਾ, ਮਰਦਾਨਿਆਂ ਵਕਤ ਆਏਗਾ, ਇਹ ਵਸਦੀ ਹੋਵੇਗੀ, ਇੱਥੇ ਇੱਕ ਮਹਾਂਪੁਰਖ ਆਪਣਾ ਨਿਵਾਸ ਕਰੇਗਾ। ਇਹ ਸ਼ਬਦ ਹੈ ਸਾਡੀ ਹਿਸਟਰੀ ਦੇ ਕਿ ਮਹਾਂਪੁਰਖ ਆਏਗਾ, ਗੁਰੂ ਅਮਰਦਾਸ ਵੱਲ ਇਸ਼ਾਰਾ ਹੈ, ਇਹ ਵਸਦੀ ਹੋਏਗੀ। ਇੱਥੋਂ ਸਤਿਗੁਰੂ ਜਾਂਦੇ ਨੇ ਤੁਹਾਡੇ ਨੇੜੇ ਫਤਿਆਬਾਦ, ਗੁਰੂ ਨਾਨਕ ਸਾਹਿਬ ਜੀ ਦਾ ਸਥਾਨ ਹੈ ਜੀ ਇੱਥੇ। ਇੱਥੋਂ ਫਿਰ ਸਤਿਗੁਰੂ ਜਾਂਦੇ ਆ ਜਿੱਥੇ 68 ਤੀਰਥ ਆਪ ਜੀ ਕਹਿੰਦੇ। ਜਦੋਂ ਆਪਾਂ ਦਰਬਾਰ ਸਾਹਿਬ ਜਾਂਦੇ ਆ ਨਾ ਜੀ, 68 ਤੀਰਥ ਵੇਖੋ ਆਪੋ ਆਪਣੀ ਅਪਰੋਚ ਹੈ। ਹੁਣ ਕਈ ਸੱਜਣ ਆਪਾਂ ਕਿਉਂਕਿ ਯਤਨ ਕਰਨੇ ਆ ਕੋਈ ਨੈਗੇਟਿਵ ਗੱਲ ਨਾ ਕੀਤੀ ਜਾਏ। ਜੇ ਕਿਸੇ ਨੂੰ ਗਾਲਾਂ ਕੱਢ ਕੇ ਗੁਰੂ ਨੂੰ ਵੱਡਾ ਕਹਿਣਾ, ਗੁਰੂ ਵੱਡਾ ਨਹੀਂ ਹੋਣਾ। ਆਪਣੇ ਗੁਰੂ ਦੀਆਂ ਸਿਫਤਾਂ ਇੰਨੀਆਂ ਕਰੋ ਕਿ ਲੋਕ ਕਹਿਣ ਕਿ ਸਭ ਤੇ ਵੱਡਾ ਸਤਿਗੁਰੂ ਨਾਨਕ। ਆਪੋ ਆਪਣੀ ਅਪਰੋਚ ਹੈ। ਹੁਣ ਅੰਮ੍ਰਿਤਸਰ ਅਸੀਂ ਜਾਂਦੇ ਹਾਂ, ਹਰ ਕੀ ਪੌੜੀ ਤੋਂ ਚੁਲਾ ਲੈਂਦੇ ਆ। ਤੁਹਾਨੂੰ ਪਤਾ ਹੈ ਇੱਕ ਹਰ ਕੀ ਪੌੜੀ ਤਾਂ ਹਰਿਦੁਆਰ ਹੈ, ਇੱਕ ਹਰ ਕੀ ਪੌੜੀ ਪਿੱਛੇ ਹੈ, ਤੇ ਬਕਾਇਦਾ ਪੌੜੀਆਂ ਨੇ ਉੱਥੇ ਜੀ। ਇੱਕ 68 ਤੀਰਥ ਪੂਰੇ ਹਿੰਦੁਸਤਾਨ ਚ ਨੇ, ਤੇ ਇੱਕ 68 ਤੀਰਥ ਜਿਹੜਾ ਦੁਖ ਭੰਜਨੀ ਬੇਰੀ ਦੇ ਨਾਲ ਹੈ। ਇਹ ਕਿਉਂ? ਖਾਲਸਾ ਜੀ ਇਹ ਗੱਲ ਚੇਤੇ ਰੱਖਿਓ, ਇਹ ਤੁਹਾਡੇ ਨਿਆਰੇਪਨ ਦੀਆਂ ਨਿਸ਼ਾਨੀਆਂ ਨੇ, ਇਹਨਾਂ ਨੂੰ ਖੰਡਨ ਨਾ ਕਰੋ ਕਿ ਪਿੱਛੇ ਜਾਣੇ ਆ 68। ਗੁਰੂ ਜੀ ਨੇ ਕਿਹਾ ਲੋਕ ਤੁਰ ਕੇ ਜਾਂਦੇ ਨੇ ਹਰਿਦੁਆਰ 68 ਹਰ ਕੀ ਪੌੜੀ ਤੇ ਟੁੱਪੀਆਂ ਮਾਰਦੇ ਨੇ। ਮੈਂ ਤੇਰੇ ਘਰ 'ਚ ਹਰ ਕੀ ਪੌੜੀ ਬਣਾ ਦਿੱਤੀ, ਇੱਥੇ ਨਿਰੰਤਰ ਕੀਰਤਨ ਚੱਲੇਗਾ, ਤੈਨੂੰ ਕਿਸੇ ਹਰ ਕੀ ਪੌੜੀ ਦੀ ਲੋੜ ਨਹੀਂ, ਤੂੰ ਇੱਥੋਂ ਹੀ ਚੁਲਾ ਲੈ ਲਿਆ ਕਰ। ਇਹ ਨੁਕਤੇ ਨੂੰ ਸਮਝੋ। 68 ਤੀਰਥ ਬੜੇ ਦੂਰ ਦੂਰ ਨੇ ਪੂਰੇ ਹਿੰਦੁਸਤਾਨ ਵਿੱਚ, ਭਾਰਤ ਵਿੱਚ। ਗੁਰੂ ਜੀ ਨੇ ਕਿਹਾ ਕਿੱਥੇ 68 ਤੀਰਥਾਂ ਤੇ ਜਾਏਗਾ, 68 ਤੀਰਥ ਮੰਦਰਾਂ ਤੇ ਜਾਏਗਾ, ਤੈਨੂੰ ਭਟਕਣ ਦੀ ਲੋੜ ਨਹੀਂ। ਆ ਤੇਰੇ ਸਾਹਮਣੇ 68 ਤੀਰਥ ਬਣਾ ਦਿੱਤਾ, ਤੂੰ ਇਸ ਤੀਰਥ ਤੇ ਬੈਠ ਕੇ ਬੰਦਗੀ ਕਰੀ, ਤੇਰੇ 68 ਤੀਰਥ ਆਪਣੇ ਆਪ ਹੀ ਪੂਰੇ ਹੋ ਜਾਣਗੇ। ਉਂਝ ਵੈਸੇ ਆਪ ਬਜ਼ੁਰਗ ਸਾਰੇ ਬੈਠੇ ਨੇ ਕਾਰ 'ਚ, ਇਸ ਅਸਲ 'ਚ 68 ਤੀਰਥ ਗੁਰਦੁਆਰਾ ਸੀ, ਇੱਥੇ ਪ੍ਰਕਾਸ਼ ਹੁੰਦਾ ਸੀ। ਹੁਣ ਸਿਰਫ ਪੌੜੀ ਰਹਿ ਗਈ, ਪਾਲਕੀ ਰਹਿ ਗਈ। ਇਹ ਬੈਠੇ ਨੇ ਜਥੇਦਾਰ ਸਾਹਿਬ, ਮੈਂ ਕਈ ਵਾਰੀ ਬੇਨਤੀ ਕੀਤੀ, ਚਲੋ ਸਟੇਜ ਤੇ ਵੀ ਕਹਿ ਜਾਣਾ ਚਾਹੀਦਾ, ਮੰਜੀ ਸਾਹਿਬ ਕਥਾ ਹੁੰਦੀ ਹੈ। ਯਾਦ ਰੱਖਿਓ, ਦੀਵਾਨ ਖਾਲ 'ਚ ਕਥਾ ਹੁੰਦੀ ਹੈ, ਮੰਜੀ ਤੇ ਨਹੀਂ ਹੁੰਦੀ। ਦੀਵਾਨ ਖਾਲ ਵੱਖਰਾ, ਮੰਜੀ ਸਾਹਿਬ ਵੱਖਰਾ ਹੈ। ਇਸੇ ਕਰਕੇ ਅਸੀਂ ਕਥਾ ਕਰਦੇ ਹਾਂ, ਕਹਿੰਦੇ ਆ ਜੀ ਦੀਵਾਨ ਖਾਲ ਮੰਜੀ ਸਾਹਿਬ, ਤੇ ਸਾਡੇ ਮਨ 'ਚ ਇਹੀ ਹੁੰਦਾ ਜੀ ਮੰਜੀ ਸਾਹਿਬ ਹੀ ਜਿੱਥੇ ਬਾਬੇ ਕਥਾ ਕਰਦੇ ਪਏ। ਮੰਜੀ ਸਾਹਿਬ ਅਸਲ 'ਚ ਬਾਹਰ ਹੈ, ਜਿੱਥੇ ਆਪਾਂ ਦਰਸ਼ਨ ਕਰਨੇ ਆ। ਉਹ ਮੰਜੀ ਸਾਹਿਬ ਗੁੰਬਦ ਬਣਿਆ ਹੈ,
ਉੱਥੇ ਬਕਾਇਦਾ ਲਿਖ ਕੇ ਬੋਰਡ ਲਾਇਆ, ਇਹ ਉਹ ਥਾਂ ਹੈ ਜਿੱਥੇ ਪੰਜਵੇਂ ਸਤਿਗੁਰਾਂ ਨੇ 12 ਮਾਹ ਉਚਾਰਨ ਕੀਤਾ। ਤੇ ਫਿਰ ਮੰਜੀ ਸਾਹਿਬ ਤੇ ਪ੍ਰਕਾਸ਼ ਹੋਣਾ ਹੀ ਚਾਹੀਦਾ ਹੈ ਨਾ। ਮੇਰੀ ਬੇਨਤੀ ਹੈ ਜੀ, ਜੇ ਚੰਗੀ ਲੱਗੇ ਤਾਂ ਕਦੀ ਅੜਸਰ ਤੀਰਥ ਤੇ ਵੀ ਪ੍ਰਕਾਸ਼ ਸੀ, ਕਿਉਂਕਿ ਹਰਮੰਦਰ ਸਾਹਿਬ ਦੇ ਅੰਦਰ ਵੀ ਗੁਰਦੁਆਰੇ ਨੇ। ਇੱਕ ਚੱਲ ਉਹ ਮੈਂ ਗੁਰਦੁਆਰੇ ਵਰਤੇ ਨੇ, ਦਰਬਾਰ ਸਾਹਿਬ ਨੂੰ ਮੈਂ ਗੁਰਦੁਆਰਾ ਨਹੀਂ ਕਿਹਾ, ਕਿਉਂਕਿ ਦਰਬਾਰ ਸਾਹਿਬ ਤੇ ਤਖਤ ਕਦੀ ਗੁਰਦੁਆਰੇ ਨਹੀਂ ਹੁੰਦੇ। ਇਹ ਵੀ ਇੱਕ ਰਮਜ ਹੈ ਜੀ। ਇਹ ਦਰਬਾਰ ਸਾਹਿਬ ਦੀ ਕੁਝ ਵਿਲੱਖਣਤਾ ਹੈ, ਇਹਦੀ ਆਪਣੀ ਰੋਹ ਰੀਤ ਹੈ। ਤੇ ਇਹ ਵੀ ਸੱਚ, ਆ ਮਹੀਨਾ ਨਿਕਲਦਾ ਪਿਆ, ਅੱਜ ਫਰਵਰੀ ਖਤਮ ਹੋ ਜਾਣਾ। ਵੱਡਾ ਘੱਲੂਘਾਰਾ ਇਸੇ ਮਹੀਨੇ ਚ ਆਉਂਦਾ, ਕੁੱਪਰਖੇੜੇ ਦਾ। ਆਪ ਨੂੰ ਪਤਾ ਹੋਣਾ ਕਿ 30,000 ਸਿੱਖ, ਰਤਨ ਸਿੰਘ ਭੰਗੂ ਦੇ ਮੁਤਾਬਕ 30,000 ਸਿੱਖ ਬਜ਼ੁਰਗ, ਬੱਚੇ, ਬੀਬੀਆਂ, ਵਖੀਰ, ਤੇ ਵਖੀਰ ਦੇ ਅਰਥ ਵੱਖਰੇ ਹੁੰਦੇ ਆ। ਇੱਕ ਤਾਂ ਉਹ ਯੋਧੇ ਨੇ ਜਿਹੜੇ ਲੜਨ ਵਾਲੇ ਸੂਰਮੇ ਨੇ, ਇੱਕ ਵਖੀਰ ਵਿੱਚ ਗੱਡਿਆਂ ਤੇ ਬਜ਼ੁਰਗ, ਬਿਮਾਰ, ਬੱਚੇ, ਜਿਨ੍ਹਾਂ ਬੀਬੀਆਂ ਦੀ ਕੁੱਖ ਚ ਸੰਤਾਨ ਹੈ, ਉਹ ਗੱਡਿਆਂ ਤੇ ਨੇ। ਯਾਦ ਰੱਖਿਓ, ਵਖੀਰਾਂ ਦੇ ਵਖੀਰ 30,000 ਸਿੱਖਾਂ ਦੇ ਵਖੀਰ ਨੂੰ ਕਤਲ ਕੀਤਾ ਗਿਆ। ਇਹ ਮੈਂ ਜਿਹੜੀ ਅਰਜ਼ ਕਰ ਲੱਗਾ ਹੁਣੇ ਮੈਂ ਕਹਿ ਕੇ ਆਇਆ। ਜੱਸਾ ਸਿੰਘ ਆਹਲੋਵਾਲੀਆ, ਸਰਦਾਰ ਚੜ੍ਹਤ ਸਿੰਘ ਸ਼ੇਰੇ ਪੰਜਾਬ ਦਾ ਦਾਦਾ, ਸਰਦਾਰ ਸ਼ਾਮ ਸਿੰਘ ਕਰੋੜੀਆ ਮਿਸਲ ਵਾਲਾ। ਮੈਂ ਹੈਰਾਨ ਹੋਇਆ ਕਿ 22 ਫੱਟ ਲੱਗੇ ਨੇ ਸਰਦਾਰ ਜੱਸਾ ਸਿੰਘ ਆਹਲੋਵਾਲੀਏ ਨੂੰ। 16 ਜਾਂ 18 ਕਹਿੰਦੇ, ਵੈਸੇ ਇਹ ਖੌੜਸ਼ ਕਿਹਾ ਹੈ। 22 ਫੱਟ ਆਹਲੋਵਾਲੀਏ ਨੂੰ ਜ਼ਖਮਾਂ ਨੂੰ, ਤੇ 16 ਫੱਟ ਚੜ੍ਹਤ ਸਿੰਘ ਨੂੰ ਲੱਗੇ। 5 ਬੰਦੇ ਵੱਡੀਆਂ ਬੰਦੂਕਾਂ ਭਰ ਕੇ ਦਿੰਦੇ ਆ, ਤੇ ਚਲਾਉਣ ਵਾਲਾ ਕੇਵਲ ਕੱਲਾ ਸਰਦਾਰ ਚੜ੍ਹਤ ਸਿੰਘ। ਇਹਨਾਂ ਕਮਾਲ ਦਾ ਨਿਸ਼ਾਨ ਕੀ ਸੀ ਉਹ, ਕਿ ਆਸ਼ਿਸ਼ ਕਰਦਾ ਦੁਸ਼ਮਣ, ਕਿਉਂਕਿ ਫਰਵਰੀ ਮਹੀਨਾ ਭੁਲਾਉਣ ਵਾਲਾ ਨਹੀਂ। ਬਾਬਾ ਜੀ ਬੈਠੇ ਆ, 10 ਫਰਵਰੀ ਨੂੰ ਸਿੱਖ ਰਾਜ ਦਾ ਆਖਰੀ ਥੰਮ ਡਿੱਗਿਆ ਹੈ ਸਭਰਾਵਾਂ ਦੀ ਧਰਤੀ ਤੇ। ਵੱਡਾ ਘੱਲੂਘਾਰਾ ਇਹਦੇ ਚ ਹੋਇਆ, ਤੇ 1 ਸਦੀ ਹੋ ਗਈ ਹੈ। ਯਾਦ ਰੱਖਿਓ, ਜਦੋਂ ਨਨਕਾਣਾ ਸਾਹਿਬ ਆਜ਼ਾਦ ਕਰਾਇਆ ਗਿਆ ਕਰਪਟ ਮਹੰਤ ਤੋਂ, ਉਹ ਵੀ ਫਰਵਰੀ ਦਾ ਮਹੀਨਾ ਹੀ ਸੀ ਜੀ। ਮੈਂ ਆਪ ਨੂੰ ਸਿਰਫ ਜਿਹੜੀ ਬੇਨਤੀ ਕਰ ਲੱਗਾ ਕਿ ਦਰਬਾਰ ਸਾਹਿਬ ਆਵਾਂਗਾ ਮੈਂ ਇਸੇ ਵਿਸ਼ੇ ਤੇ। ਅਬਦਾਲੀ ਨੇ ਢਾ ਦਿੱਤਾ, ਸਿੱਖਾਂ ਦੀ ਵਿਲੱਖਣ ਇੱਕ ਰੱਬ ਦੀ ਬਖਸ਼ਿਸ਼ ਹੈ। ਜਿਹੜੀ ਇਮਾਰਤ ਦੇ ਅਸੀਂ ਹੁਣ ਦਰਸ਼ਨ ਕਰ ਰਹੇ ਹਾਂ, ਇਹ ਢਾ ਦਿੱਤੀ ਗਈ ਸੀ। ਇਸ ਇਮਾਰਤ ਦੀ ਉਸਾਰੀ ਮਿਸਤਰੀ ਦੇਸ ਰਾਜ ਜੀ ਤੇ ਸਰਦਾਰ ਜੱਸਾ ਸਿੰਘ ਆਹਲੋਵਾਲੀਆ ਸਾਰਿਆਂ ਨੇ ਰਲ ਕੇ, ਮਿਸਲਾਂ ਨੇ 14 ਲੱਖ ਰੁਪਈਆ ਉਸ ਵੇਲੇ ਇਕੱਠਾ ਹੋਇਆ ਸੀ। 9 ਲੱਖ ਰੁਪਈਆ ਸਰਦਾਰ ਜੱਸਾ ਸਿੰਘ ਉਹਨਾਂ ਨੇ ਦਿੱਤਾ। ਉੱਥੇ ਇੱਕ ਸਵਾਲ ਸੀ ਕਿ ਅਬਦਾਲੀ ਫਿਰ ਦੁਬਾਰਾ ਆ ਜਾਣਾ ਹੈ, ਤੇ ਅਜੇ ਇਹਨੂੰ ਰਹਿਣ ਦਈਏ, ਪਤਾ ਨਹੀਂ ਉਹਨੇ ਕੀ ਕਰਨਾ। ਸਰੋਵਰ ਪੂਰ ਦਿੱਤਾ। ਖਾਲਸਾ ਜੀ, ਉੱਥੇ ਆਵਾਜ਼ ਆਈ ਸੀ, ਅਬਦਾਲੀ ਜਦੋਂ ਮਰਜ਼ੀ ਚੜ ਕੇ ਆ ਜਾਏ, ਜੇ ਦਰਬਾਰ ਹੀ ਸਾਡੇ ਕੋਲ ਨਾ ਰਿਹਾ ਤੇ ਫਿਰ ਪਾਤਸ਼ਾਹੀ ਕਾਹਦੀ ਹੈ। ਦਰਬਾਰ ਪਾਤਸ਼ਾਹੀ ਵਾਸਤੇ ਜ਼ਰੂਰੀ ਹੈ। ਮੈਂ ਆਪ ਨੂੰ ਜਿਹੜੀ ਬੇਨਤੀ ਕਰਨ ਲੱਗਾ, ਥੋੜਾ ਜਿਹਾ ਨਿਕਲਿਆ ਵਿਸ਼ੇ ਤੋਂ। ਮਹਾਰਾਜ ਅੜਸਰ ਵਾਲੀ ਤੀਰਥ ਵਾਲੀ ਜਗ੍ਹਾ ਤੇ ਗਏ ਗੁਰੂ ਨਾਨਕ ਸਾਹਿਬ ਜੀ। ਉਦੋਂ ਬੇਰੀਆਂ ਬਹੁਤ ਜ਼ਿਆਦਾ ਸਨ ਜੀ, ਜਲ ਹਰ ਵੇਲੇ ਖਲੋਤਾ ਰਹਿੰਦਾ ਸੀ। ਇੱਥੇ ਫਿਰ ਸੁਲਤਾਨਵਿੰਡ ਪਿੰਡ ਦਾ ਜ਼ਿਮੀਂਦਾਰ ਸੀ ਭਾਈ ਤਾਰਾ, ਉਹਦਾ ਨਾਮ ਭਾਈ ਤਾਰਾ ਸੀ। ਉਹਦੇ ਬੱਚੇ ਦਾ ਧਮਾਨ ਸੀ, ਪਹਿਲਾਂ ਪਿੰਡਾਂ 'ਚ ਧਮਾਨ ਕਰਦੇ ਹੁੰਦੇ ਸਨ। ਉਹ ਇੱਥੇ ਆਇਆ, ਇੱਥੇ ਸਾਧੂ ਸੰਤ ਬੰਦਗੀ ਵਾਲੇ ਟਿਕਦੇ ਸਨ। ਉਹਨੇ ਆਪਣੇ ਵੱਲੋਂ ਪ੍ਰਸ਼ਾਦ ਪਾਣੀ ਛਕਾਇਆ, ਸੇਵਾ ਕੀਤੀ। ਹਜ਼ੂਰ ਨੇ ਇੱਥੇ ਹੀ ਮਰਦਾਨੇ ਨੂੰ ਕਿਹਾ, ਮਰਦਾਨਿਆਂ ਰਬਾਬ ਛੇੜ, ਕਾਈ ਸਿਫਤ ਕਰੀਏ ਖੁਦਾ ਦੇ ਦੀਦਾਰ ਦੀ। ਇੱਥੇ ਗੁਰੂ ਨਾਨਕ ਸਾਹਿਬ ਨੇ ਕੀਰਤਨ ਕੀਤਾ। ਸੁਲਤਾਨਵਿੰਡ ਦੇ ਲੋਕ ਆਏ, ਉਸ ਭਾਈ ਤਾਰੇ ਨੇ ਹੱਥ ਜੋੜ ਕੇ ਕਿਹਾ, ਸੰਤ ਜੀ, ਬਾਬਾ ਜੀ ਕੁਝ ਦਿਨ ਰੁਕੋਗੇ ਇੱਥੇ? ਆਨੰਦ ਆ ਗਿਆ ਸੁਣ ਕੇ। ਹਜ਼ੂਰ ਨੇ ਨੇਤਰਾਂ 'ਚ ਖੁਮਾਰੀ ਸੀ। ਉਹਨਾਂ ਕਿਹਾ, ਕੁਝ ਦਿਨ ਰੁਕੋਗੇ? ਹਜ਼ੂਰ ਨੇ ਕਿਹਾ, ਸਮਾਂ ਆਏਗਾ ਇੱਥੇ ਸਦਾ ਲਈ ਰੁਕ ਜਾਵਾਂਗੇ। ਇਸ ਧਰਤੀ ਤੇ ਭੋਗ ਤੇ ਮੋਖ ਦਾ ਪ੍ਰਵਾਹ ਚੱਲੇ। ਬੜੀ ਵੱਡੀ ਗੱਲ ਹੈ ਜੀ, ਭੋਗ ਤੇ ਮੋਖ ਦਾ ਪ੍ਰਵਾਹ ਚੱਲੇਗਾ। ਇਹਦਾ ਮਤਲਬ ਕਿ ਤਨ ਦੀ ਤ੍ਰਿਪਤੀ ਵਾਸਤੇ ਭੋਜਨ ਮਿਲੇਗਾ ਤੇ ਅੰਦਰ ਨੂੰ ਮੁਕਤ ਕਰਨ ਵਾਸਤੇ ਗੁਰੂ ਦਾ ਸ਼ਬਦ ਮਿਲੇਗਾ। ਮੈਂ ਆਪ ਨੂੰ ਅਰਜ਼ ਕਰਾਂ, ਉਸ ਦਾ ਜ਼ਿਕਰ ਵੀ ਹੈ, ਵਸਦੀ ਸਗਨ ਅਪਾਰ ਅਨੂਪ ਰਾਮਦਾਸਪੁਰ।
उस शहर का जिक्र भी किया गया है। मैं फिर बेनती कर लगा कि मैनू इंज भासदा है कि जेड़ा लाहौर शहर जहर कहर सी वो सिर्फ शहर बन के रह जाएगा, पर महाराज जी ने क्या अमृतसर सिफती दा घर, अमृतसर वो शहर होवेगा जिथे हर वक्त परमात्मा की सिफतगी होवेगी। ते ये सच है, महाराज ने इसका जिक्र किया। उस तो बाद गुरु ग्रंथ साहिब दे विच जेड़े नाम आए, करतारपुर करता बसै, वो भी शब्द आउंदा है। जिहड़ा शब्द आया खास करके, एक तां महाराज जी ने शब्द वरत्या गोइंदवाल ली, भट्टां ने वरत्या गोबिंदवाल, गोबिंदपुरी सम जलन तीर विभास बनायो, उन्हां गोबिंदवाल वरत्या। भाई गुरदास साहब ने गोइंदवाल वरत्या, फिर वसाया गोइंदवाल अचरज खेल ना लखिया जाई। आ जड़ा खडूर साहब जिहड़ी मैं गल कर लगा, जिस धरती ते आपां बैठे हैं, मैं अर्ज की खेती उदों भी हुंदी है, लोग उदों भी इत्थे वसदे ने। जे वसदे ने ते बाबा लहणा जी ने, भाई लहणा जी ने शब्द सुनिया ते गुरु नानक साहब दे घर चले गए। पर गुरबाणी जे कहंदी है फिर वसाया फेरूआन सतगुर खाडूर। मेरी फिर बेनती सुनियो, वसों शरीरक तौर ते पहला भी सी, पर रूहानी तौर ते नहीं सी वसिया। ये फिर बेनती है, वसों हो जाना केवल वसदा नहीं, लोकां दे रहन नूं केवल वसना नहीं, असल गुरबाणी विच उदों ही शहर वसदा जदों कोई बंदगी करन वाला उत्थे आ जांदा। इसे करके बाणी ने कहा, महाराज ने वचन किया, हजूर ने फरमाया कि जिस जगह ते नाम जपिया जाता है, जिथे नाम जपिया प्रभ प्यारे से अस्तिर सोहन चबारे, जिथे नाम ना जपिया मेरे गोविंदा सेई नगर उजाड़ी जी। ये नगर नूं वसाया रूहानियत पक्षों। इत्थे फिर गुरु के रबाबियां ने लिखिया कि फिर वसाया फेरूआन सतगुरु खाडूर, जप तप संजम नाल तुद। इस तरह वसिया खडूर साहब। इत्थे जप आया, इत्थे सेवा दा तप आया, इत्थे याद रखियो वासना तो मुक्त इंद्रियां, इत्थे संजम आया, मर्यादा ने जन्म ली। महाराज कह रहे ने फिर वसाया फेरूआन सतगुरु खाडूर, जब तब संयम नाल तुद होर मुच गुरूर। लब बना है मानसा ज्यों पानी बूर, वरिया दरगह गुरु की कुदरती नूर। जित सो हाथ न लभी तू ओ ठरूर। देखो किड्डे कमाल दे शब्द वरते। इथों तक इसे खडूर साहब दी धरती दे उत्ते गुरु अंगद साहब दी सिफत विच रबाबियां ने वचन किया। वो वचन है, होवे सिफत खसम दी नूर अरसों कुरसों झटिया, तुद डिठे सच्चे पातशाह मल जन्म जन्म दी घटिया। मेरे कहन तो मुराद इस खडूर विच जप तप बंदगी सिमरन, इत्थे विरोधी भी आए। मैं जिहड़ी आप नूं बेनती करके जानी चाहना जी, इत्थे लंगर चलिया, भावें असी लंगर दा ज्यादा जिक्र गुरु अमरदास जी तो करने, कोई शक नहीं। गुरु के रबाबियां ने गुरु अमरदास जी दे लंगर दा भी जिक्र किया है, उन्होंने गुरु अंगद साहब का भी किया, क्योंकि इस संबंधी सारे आप जी इलाके दे सज्जन जानकार हो। उत्थे जदों महाराज जदों आए, ज्ञानी ज्ञान सिंह लिखते हैं, माता खीवी जी ने पूछा, जदों गुरु अंगद साहब आए गुरु बन के माता सबराई दे घर बहन तो पहला कह लगे, आप जी आयो करतारपुर तो मेरे लिए की लियाए। हजूर ने कहा, मैनू गुरु नानक साहब ने शब्द दे खजाने दी कुंजी दिती है, तेरे वास्ते लंगर दा कड़छा भेजिया। बेनती है जी, यही कारण अज मैं बेनती करा, लंगर दी बहुत वड्डी महानता बन गई सिखां च। आ किसान मोर्चा चलिया, मैं यूपी जाके आया, बाबा जंद उत्थे कहंदे आ कि ये मोर्चे नूं सफल कराउण विच लंगर दा बहुत वड्डा योगदान है। याद रखियो 10 दिन रोटी ना मिले, वड्डियां वड्डियां दी बस हो जाती है, इनू इग्नोर ना करिए। पर एक गल जिहड़ी सानू अज लोड़ है, ते बाबा जी उद्यम कर रहे, मैं बटिंग नहीं कर रहा। गुरु घर विच लंगर दो तरह का है, खडूर साहब चलता रहा, अज भी चलेगा, चल रहा है। एक लंगर है शरीर की ताकत वास्ते, ये सब नू पता लग गया, ते सारे अनमत वाले भी कहते हैं जहां पर निशान साहब है वहां पर लंगर जरूर मिलेगा।
ਇਹ ਤੁਹਾਡਾ ਕੰਮ ਸੀ, ਅਗਲਾ ਕੰਮ ਸਾਡਾ ਪ੍ਰਚਾਰਕਾਂ ਦਾ ਰਹਿ ਗਿਆ। ਸ਼ਾਇਦ ਅਸੀਂ ਇੰਨੀ ਗੱਲ ਕਰ ਸਕੀਏ ਕਿ ਨਾ। ਲੋਕਾਂ ਨੂੰ ਨਿਸ਼ਾਨ ਸਾਹਿਬ ਦੇਖ ਕੇ ਲੱਗਦਾ ਇੱਥੇ ਲੰਗਰ ਮਿਲੇਗਾ, ਇੱਥੇ ਕੋਈ ਧੱਕਾ ਨਹੀਂ ਮਾਰੇਗਾ, ਇੱਥੇ ਸਭ ਬਰਾਬਰ ਨੇ। ਅਗਲੀ ਗੱਲ ਦੱਸਣੀ ਪਏਗੀ, ਲੋਕੋ ਇੱਥੇ ਕੇਵਲ ਪੰਗਤ 'ਚ ਲੰਗਰ ਹੀ ਨਹੀਂ ਮਿਲਦਾ, ਇੱਥੇ ਅੰਦਰ ਜਾ ਕੇ ਮੱਥਾ ਟੇਕੋ, ਗੁਰੂ ਗ੍ਰੰਥ ਸਾਹਿਬ ਕੋਲੋਂ ਸ਼ਬਦ ਦੀ ਬਖਸ਼ਿਸ਼ ਵੀ ਮਿਲਦੀ ਹੈ। ਇੱਥੇ ਦੇਖੋ, ਇਹ ਮੈਂ ਕਹਿੰਦਾ ਸਾਡਾ ਕੰਮ ਹੈ, ਕਿਉਂਕਿ ਲੋਕਾਂ ਨੂੰ ਸਿਰਫ ਇਹ ਮੈਸੇਜ ਜਾ ਰਿਹਾ ਵੀ ਸਿੱਖ ਲੰਗਰ ਲਾਉਂਦੇ ਆ। ਇੱਥੇ ਦੱਸਣਾ ਪਏਗਾ, ਲੋਕੋ ਇੱਥੇ ਭਗਤ ਰਵਿਦਾਸ ਸਾਹਿਬ ਮਹਾਰਾਜ ਵੀ ਉਸ ਬਰਾਬਰ ਬੈਠੇ ਆ ਜਿੱਥੇ ਭਗਤ ਕਬੀਰ ਸਾਹਿਬ ਜੀ ਨੇ। ਇੱਥੇ ਭਗਤ ਸੈਣ ਜੀ ਵੀ ਉੱਥੇ ਬੈਠੇ ਆ ਜਿੱਥੇ ਭਗਤ ਰਾਮਾਨੰਦ ਜੀ ਨੇ। ਇੱਥੇ ਰਾਮ ਨਾਮ ਜਪਣ ਵਾਲਾ ਵੀ ਬੈਠਾ ਹੈ, ਇੱਥੇ 5 ਵਕਤ ਦਾ ਨਮਾਜ਼ੀ ਵੀ ਬੈਠਾ ਹੈ, ਇੱਥੇ ਆਦ ਗੁਰੂ ਨਾਨਕ ਸਾਹਿਬ ਵੀ ਬੈਠੇ ਨੇ, ਇੱਥੇ ਭਗਤ ਜੈਦੇਵ ਵੀ ਬੈਠੇ ਨੇ। ਕੇਵਲ ਨਿਸ਼ਾਨ ਸਾਹਿਬ ਦੇਖ ਕੇ ਲੰਗਰ ਹੀ ਮਤ ਦੇਖੋ, ਅੱਗੇ ਚੱਲੋ, ਅੰਮ੍ਰਿਤ ਵੇਲੇ ਹਾਜ਼ਰੀ ਭਰੋ, ਇੱਥੇ ਗੁਰੂ ਕੇ ਸ਼ਬਦ ਦਾ ਲੰਗਰ ਵੀ ਮਿਲਦਾ। ਇਸੇ ਕਰਕੇ ਮਾਤਾ ਖੀਵੀ ਜੀ ਲਈ ਖੀਰ ਦਾ ਜ਼ਿਕਰ ਹੈ, ਗੁਰੂ ਅੰਗਦ ਸਾਹਿਬ ਲਈ ਖੀਰ ਦਾ ਜ਼ਿਕਰ ਨਹੀਂ। ਆਪ ਜੀ ਰਾਮਕਲੀ, ਮੈਂ ਇੱਕ ਵਾਰੀ ਕਹਿ ਕੇ ਗਿਆ ਸਾਂ, ਵਾਰ ਜ਼ਰੂਰ ਪੜਿਆ ਕਰੋ, ਖਾਸ ਕਰਕੇ ਸਵੇਰੇ ਅੰਮ੍ਰਿਤ ਵੇਲੇ ਇਸ਼ਨਾਨ ਕਰਦੇ। 8 ਪੌੜੀਆਂ ਨੇ, 9 ਕਰਤਾ ਕਾਦਰ ਕਰੇ ਕਿਉਂ ਬੋਲ ਹੋਵੇ ਜੋ ਕੀਮਤ ਹੈ। ਉਹਦੇ ਵਿੱਚ ਗੁਰੂ ਘਰ ਜੀ ਦੇ ਰਬਾਬੀ ਉਹ ਕੀਰਤਨ ਕਰਦੇ ਰਹੇ ਥੇ। ਉਹ ਲਿਖਦੇ, ਆਪ ਸਭ ਨੂੰ ਪਤਾ ਹੈ, ਬਲਵੰਡ ਖੀਵੀ ਨੇਕ ਜਨ ਜਿਸ ਬਹੁਤੀ ਸ਼ਾਉ ਪਤਰਾਲੀ। ਚਲੋ ਅਰਥ ਆਪਨੇ ਬੜੀ ਵਾਰੀ ਸੁਣੇ ਨੇ, ਕਿਉਂਕਿ ਇਹ ਇਸ ਥਾਂ ਤੇ ਵਾਪਰਿਆ। ਸੰਘਣੇ ਪੱਤਰਾਂ ਵਾਲੀ ਸ਼ਾਖ ਹੈ। ਬਲਵੰਡ ਖੀਵੀ ਨੇਕ ਜਨ ਜਿਸ ਬਹੁਤੀ ਸ਼ਾਉ ਪਤਰਾਲੀ, ਲੰਗਰ ਦੌਲਤ ਵੰਡੀਐ। ਇੱਥੇ ਸ਼ਬਦ ਦਾ ਜ਼ਿਕਰ ਨਹੀਂ ਕੀਤਾ, ਲੰਗਰ ਵਰਤਿਆ ਗਿਆ। ਤੇ ਮਾਤਾ ਜੀ ਸਿੱਖਾਂ ਲੋੜਵੰਦਾਂ ਦੀ ਜੇਬ ਵਿੱਚ ਪੈਸੇ ਵੀ ਪਾਉਂਦੇ ਆ, ਦੌਲਤ ਵੀ ਦਿੰਦੇ ਆ। ਲੰਗਰ ਦੌਲਤ ਵੰਡੀਐ, ਰਸ ਅੰਮ੍ਰਿਤ ਖੀਰ ਘਿਆਲੀ। ਜੋ ਆਪ ਜੀ ਦੇ ਸਥਾਨ ਤੇ ਬਾਬਾ ਜੀ ਚਲਾ ਰਹੇ ਨੇ, ਇੱਥੇ ਖੀਰ ਮਿਲਦੀ ਹੈ ਘਿਓ ਪਾ ਕੇ। ਫਿਰ ਯਾਦ ਰੱਖਿਓ, ਘਿਓ ਵਾਲੀ ਖੀਰ। ਮੈਂ ਕਹਿੰਦਾ ਜੁੱਸੇ ਕਿੰਨੇ ਤਕੜੇ ਹੁੰਦੇ ਹੋਣਗੇ ਜਿਹੜੇ ਘਿਓ ਵਾਲੀ ਖੀਰ ਕਹਿੰਦੇ ਆ। ਇੱਥੇ ਤੇ ਸੱਚੀ ਮੁੱਚੀ ਪਹਿਲਾਂ ਕਹਿੰਦੇ ਹੁੰਦੇ ਸਨ ਨਾ ਜੀ, ਆ ਖੁਸ਼ੀ ਹੋਈ ਮੂੰਹ ਮਿੱਠਾ ਕਰਾਓ, ਇਹ ਆਉਣ ਵਾਲੇ ਸਮੇਂ 'ਚ ਨਿਬੜ ਜਾਣਾ ਕੰਮ। ਇਹ ਸ਼ੂਗਰ ਇੰਨੀ ਕੋਈ, ਲੋਕਾਂ ਕਹਿਣਾ ਕਿ ਖੁਸ਼ੀ ਦਾ ਕੰਮ ਹੋਇਆ, ਲਿਆਓ ਲੂਣ ਵਾਲਾ ਮੂੰਹ ਕਰਾਓ। ਉਦੋਂ ਵੇਖੋ ਕਮਾਲ ਦੀ ਗੱਲ। ਵੇ ਸੁਣੋ, ਰਸ ਅੰਮ੍ਰਿਤ ਖੀਰ ਘਿਆਲੀ ਹੈ। ਤੇ ਜਦੋਂ ਗੁਰੂ ਅੰਗਦ ਸਾਹਿਬ ਜੀ ਦਾ ਜ਼ਿਕਰ ਕੀਤਾ, ਉੱਥੇ ਫਿਰ ਸ਼ਬਦ ਵਰਤਦੇ ਆ, ਲੰਗਰ ਚੱਲੇ ਗੁਰ ਸ਼ਬਦ ਹਰ ਤੋਟ ਨਾ ਆਵੀ ਖੱਟੀਐ। ਇਹਦਾ ਮਤਲਬ ਪੰਗਤ ਵਿੱਚ ਬੈਠ ਕੇ ਤੈਨੂੰ ਖੀਰ ਮਿਲੇਗੀ ਘਿਓ ਵਾਲੀ, ਪਰ ਜਿਸਮ ਵਧਾਉਣ ਵਾਸਤੇ ਨਹੀਂ। ਇਹਨੂੰ ਛਕਣ ਤੋਂ ਬਾਅਦ ਤੂੰ ਗੁਰੂ ਅੰਗਦ ਸਾਹਿਬ ਕੋਲ ਆਈ, ਸਿੱਖਾਂ ਤੈਨੂੰ ਸ਼ਬਦ ਦਾ ਲੰਗਰ ਮਿਲੇਗਾ ਤੇਰੀ ਆਤਮਾ ਦੇ ਉਧਾਰ ਵਾਸਤੇ। ਇਸੇ ਕਰਕੇ ਸੰਗਤ ਤੇ ਪੰਗਤ ਦਾ ਕਨਸੈਪਟ ਹੈ। ਉਸ ਤੋਂ ਬਾਅਦ ਲੰਗਰ ਦਾ ਜ਼ਿਕਰ ਗੋਇੰਦਵਾਲ ਸਾਹਿਬ ਦਾ ਵੀ ਹੈ। ਗੁਰੂ ਗ੍ਰੰਥ ਸਾਹਿਬ 'ਚ ਇੱਕ ਸ਼ਬਦ ਹੈ, ਇਹ ਰਾਮਕਲੀ ਕੀ ਵਾਰ 'ਚ ਹੈ, ਨੇਤਰ ਸੋਈ ਤੇਰੀ ਹੈ ਘਿਓ ਮੈਦਾ ਖਾਣ। ਇੱਥੇ ਖਾਣ ਲਫ਼ਜ਼ ਆਇਆ। ਅਸੀਂ ਪੰਜਾਬੀ 'ਚ ਆਮ ਤੌਰ ਤੇ ਖਾਣ ਦਾ ਅਰਥ ਕਰਨੇ ਆ ਖਾਣਾ, ਪਰ ਇੱਥੇ ਖਾਣ ਦਾ ਅਰਥ ਹੈ ਖੰਡ। ਟੀਕਾਕਾਰਾਂ ਨੇ ਅਰਥ ਖੰਡ ਕੀਤੇ। ਉੱਥੇ ਰਸੋਈ ਵਿੱਚ ਸ਼ਬਦ ਵਰਤਿਆ, ਨੇਤਰ ਸੋਈ ਤੇਰੀ ਹੈ ਘਿਓ ਮੈਦਾ ਖਾਣ। ਤੇਰੀ ਰਸੋਈ ਵਿੱਚ ਧੰਨ ਗੁਰੂ ਅਮਰਦਾਸ ਮਹਾਰਾਜ ਰੋਜ਼ਾਨਾ ਘਿਓ ਮਿਲਦਾ ਹੈ, ਖੰਡ ਮਿਲਦੀ ਏ, ਰਸ ਦਾ ਇੱਕ ਲੰਗਰ ਮਿਲਦਾ। ਮੈਂ ਤਾਂ ਬੇਨਤੀ ਕੀਤੀ ਕਿ ਗੁਰਮਤ ਕੇਵਲ ਖਾਣ ਤੱਕ ਸੀਮਤ ਨਹੀਂ ਰੱਖਦੀ। ਲੰਗਰ ਇਸ ਕਰਕੇ ਛਕਣਾ ਜੀਣ ਲਈ, ਕਿਉਂਕਿ ਖੁਰਾਕ ਚਾਹੀਦੀ ਸਰੀਰ ਨੂੰ, ਤੇ ਜੀਣਾ ਇਸ ਕਰਕੇ ਵੀ ਗੁਰੂ ਦੇ ਸ਼ਬਦ ਨੂੰ ਕਮਾਉਣ ਦੇ ਲਈ, ਜੀਣਾ ਇਸ ਕਰਕੇ ਗੁਰੂ ਦੀ ਸੇਵਾ ਕਰਨ ਲਈ। ਮੈਂ ਬੇਨਤੀ ਕਰਾਂ, ਇਸ ਧਰਤੀ ਤੇ ਧੰਨ ਗੁਰੂ ਅੰਗਦ ਸਾਹਿਬ ਜੀ ਨੇ ਰਸ ਅੰਮ੍ਰਿਤ ਖੀਰ ਘਿਆਲੀ ਚੱਲੀ, ਇੱਥੇ ਗੁਰੂ ਕੇ ਸ਼ਬਦ ਦਾ ਲੰਗਰ ਚੱਲਿਆ, ਇੱਥੇ ਗੁਰਮੁਖੀ ਅੱਖਰਾਂ ਦਾ ਜਨਮ ਹੋਇਆ। ਪਹਿਲਾਂ ਭਾਵੇਂ ਚਲੋ ਸਾਡੇ ਸੱਜਣ ਅੱਜ ਕੱਲ ਜਿਵੇਂ ਗੁਰੂ ਨਾਨਕ ਸਾਹਿਬ ਦੀ ਪੱਟੀ ਵੀ ਮਿਲ ਜਾਂਦੀ, ਪਰ ਸਭ ਤੋਂ ਪਹਿਲਾਂ ਸਿੱਖ ਇਤਿਹਾਸ ਦੀ ਸੰਭਾਲ ਇਸ ਖਡੂਰ ਸਾਹਿਬ ਦੀ ਧਰਤੀ ਤੇ ਹੋਈ। ਭਾਈ ਬਾਲਾ ਜੀ ਹਜ਼ੂਰ ਦੀਆਂ ਸਾਖੀਆਂ ਸੁਣਾਉਂਦੇ ਨੇ ਤੇ ਭਾਈ ਪੈੜਾ ਮੋਖਾ ਜੀ ਉਹਨੂੰ ਕਲਮਬੰਦ ਕਰਦੇ ਪਏ। ਸਭ ਤੋਂ ਪਹਿਲਾਂ ਇਤਿਹਾਸ ਦੀ ਸੰਭਾਲ ਹੋਈ, ਲੰਗਰ ਚੱਲੇ, ਸ਼ਬਦ ਚੱਲਿਆ। ਤੇ ਮੈਂ ਆਪ ਨੂੰ ਇੱਕ ਬੇਨਤੀ ਕਰਾਂਗਾ, ਮੈਂ ਹਰ ਥਾਂ ਤੇ ਕਹਿਣਾ,
ਸਿੱਖੋ, ਸਭ ਤੋਂ ਵੱਡੀ ਗੁਰੂ ਘਰ ਦੀ ਇੱਕ ਸੇਵਾ ਜੇ ਗੁਰਮੁਖੀ ਆਪਣੇ ਬੱਚਿਆਂ ਨੂੰ ਜ਼ਰੂਰ ਪੜਾਓ। ਮੇਰੀ ਹੱਥ ਜੋੜ ਕੇ ਬੇਨਤੀ ਹੈ, ਹਿੰਦੀ ਦੇਵਨਾਗਰੀ ਤੋਂ ਸੌਖੀ ਹੈ ਗੁਰਮੁਖੀ ਸਿੱਖਣੀ। ਫਿਰ ਅਗਲੀ ਗੱਲ ਕਿ ਗੁਰਮੁਖੀ ਮੇਰੇ ਗੁਰੂ ਦੇ ਬਣਾਏ ਕੋਈ ਇਹ ਲਿਪੀ ਹੈ। ਗੁਰਮੁਖੀ ਸ਼ਬਦ ਕਹਿੰਦੀ ਅੰਦਰ ਰਸ ਨਾਲ ਭਰਪੂਰ ਹੋ ਜਾਂਦਾ ਹੈ। ਅੱਜ ਬਦਕਿਸਮਤੀ ਹੈ ਕਿ ਜਿਉਂ-ਜਿਉਂ ਬੰਦੇ ਕੋਲ ਪੈਸਾ ਹੁੰਦਾ ਹੈ, ਕੋਈ ਅੰਗਰੇਜ਼ੀ ਬੋਲੀ ਜਾਂਦੇ, ਬੋਲੋ ਰੱਜ ਕੇ, ਕੋਈ ਸਪੈਨਿਸ਼ ਬੋਲਦਾ, ਕੋਈ ਇਟਾਲੀਅਨ ਬੋਲਦਾ, ਤੇ ਕਈ ਹਿੰਦੀ ਵੱਲ ਦੱਬੀ ਜਾਂਦੇ ਆ ਕੰਮ। ਮੇਰੀ ਹੱਥ ਜੋੜ ਕੇ ਬੇਨਤੀ ਹੈ ਜੀ, ਆਪਣੇ ਘਰਾਂ ਦੇ ਵਿੱਚ ਪੰਜਾਬੀ ਬੋਲੋ ਤੇ ਲਿਖੋ ਗੁਰਮੁਖੀ, ਕਿਉਂਕਿ ਪੰਜਾਬੀ ਲੈਂਗੁਏਜ ਹੈ ਨਾ, ਸਕ੍ਰਿਪਟ ਤਾਂ ਗੁਰਮੁਖੀ। ਆ ਯੂਪੀ ਜਾਣੇ ਆ, ਉੱਥੇ ਗੁਰਮੁਖੀ ਦੀ ਥਾਂ ਤੇ ਲਿਖਦੇ ਪੰਜਾਬੀ ਪਏ ਨੇ, ਧੁਨੀ ਪੰਜਾਬੀ ਦੀ ਹੈ, ਲਿਖਦੇ ਦੇਵਨਾਗਰੀ ਪਏ ਨੇ। ਨਹੀਂ, ਮੇਰੀ ਹੱਥ ਜੋੜ ਬੇਨਤੀ ਹੈ, ਇਹ ਹਰ ਸਿੱਖ ਆਪਣੇ ਘਰ ਚ ਅਜੇ ਜਿਉਂਦਾ ਹੈ ਸਿੱਖ। ਮੈਂ ਇੱਕ ਬੇਨਤੀ ਹੋਰ ਆਪ ਨੂੰ ਕਰਕੇ, ਹਜ਼ੂਰ ਸਾਹਿਬ ਤੋਂ ਨੇੜੇ ਇੱਕ ਸ਼ਹਿਰ ਹੈ ਮਹਾਰਾਸ਼ਟਰ ਵਿੱਚ, ਅਕੋਲਾ। ਮੈਂ 8 ਸਾਲ ਪਹਿਲਾਂ ਸ਼ਾਇਦ ਗਿਆ। ਜਿਸ ਘਰ ਚ ਮੈਂ ਰੁਕਿਆ ਸਾਂ, ਉਸ ਘਰ ਚੋਂ ਨਾ ਮੈਨੂੰ ਕਮਰਾ ਦਿੱਤਾ, ਸ਼ਾਇਦ ਉਹ ਸੁਣਦੇ ਵੀ ਕੋਣ ਜੇ ਲਾਈਵ ਚੱਲਦਾ ਹੋਵੇ। ਤੇ ਇੱਕ 6 ਸਾਲ ਦੀ ਨਿੱਕੀ ਜੀ ਬੇਟੀ ਬੱਚੀ ਆਈ, ਤੇ ਮੈਨੂੰ ਪਤਾ ਸੀ ਜਾਂ ਹਿੰਦੀ ਬੋਲੂਗੀ, ਜਾਂ ਅੰਗਰੇਜ਼ੀ ਬੋਲੂਗੀ, ਜਾਂ ਮਰਾਠੀ ਬੋਲੂਗੀ। ਮੇਰੇ ਕੋਲ ਆ ਕੇ ਬੈਠ ਗਈ। ਇਹ ਸੱਚ ਮੈਂ ਮਹਾਰਾਜ ਦੀ ਹਜ਼ੂਰੀ ਚ ਕਹਿ ਰਿਹਾ, ਮੈਂ ਸ਼ਰਮਸਾਰ ਹੋਇਆ ਉੱਥੇ। ਮੈਂ ਇਹ ਆਉਂਦਿਆਂ ਸਰ ਪੁੱਛਿਆ, ਬੇਟਾ ਆਪਕਾ ਨਾਮ ਕਿਆ ਹੈ? ਕਹਿੰਦੀ, ਬਾਬਾ ਜੀ ਸਾਡੇ ਘਰ ਵਿੱਚ ਪੰਜਾਬੀ ਹੀ ਬੋਲੀ ਜਾਂਦੀ ਹੈ, ਜਿਹੜਾ ਪੰਜਾਬੀ ਨਾ ਬੋਲੇ ਉਹਨੂੰ ਜੁਰਮਾਨਾ ਲੱਗਦਾ। ਮੈਂ ਤਾਂ ਆਪਣੇ ਆਪ ਨੂੰ ਬਣਾਉਣ ਲੱਗਾ ਨਾ, ਬੇਟਾ ਆਪਕਾ ਨਾਮ ਕਿਆ ਹੈ? ਕਹਿੰਦੀ, ਮੇਰੇ ਦਾਦਾ ਜੀ, ਮੇਰਾ ਬਾਪੂ ਸ਼ਬਦ ਵਰਤਿਆ ਉਹਨਾਂ। ਕਹਿਣ ਲੱਗੀ, ਸਾਡੇ ਬਾਪੂ ਜੀ ਕਹਿੰਦੇ ਨੇ ਇਸ ਗੇਟ ਨੂੰ ਟੱਪਣ ਤੋਂ ਬਾਅਦ ਜੋ ਮਰਜ਼ੀ ਤੁਸੀਂ ਬਾਹਰ ਡਿਗਰੀਆਂ ਚੁੱਕੀ ਫਿਰਦੇ ਹੋ, ਇਸ ਚੌਂਕੇ, ਇਸ ਘਰ ਦੀ 4 ਦੀਵਾਰੀ ਵਿੱਚ ਪੰਜਾਬੀ ਹੀ ਬੋਲਣੀ ਪਏਗੀ। ਤੇ ਜੇ ਆਪਾਂ ਗੁਰਮੁਖੀ, ਮੇਰੀ ਬੇਨਤੀ, ਜੇ ਕੌਮਾਂ ਉਹ ਜਿਉਂਦੀਆਂ ਨੇ ਜਿਨ੍ਹਾਂ ਦੀ ਬੋਲੀ ਤੇ ਜਿਨ੍ਹਾਂ ਦੇ ਸਕ੍ਰਿਪਟ ਜਿੰਦੇ ਹੁੰਦੇ ਆ, ਤੇ ਜੇ ਇਹ ਗਵਾਚ ਜਾਣ ਤੇ ਫਿਰ ਕੀ ਬਣੂਗਾ? ਮੈਂ ਵੈਸੇ ਪੰਜਾਬੀ ਪਿਛਲੇ ਦਿਨੀ ਕੌਮੀ ਦਿਹਾੜਾ ਨਿਕਲਿਆ ਜੀ, ਪਾਕਿਸਤਾਨ ਵਾਲੇ ਵੀ ਪੰਜਾਬੀ ਬੋਲਦੇ ਆ, ਪਰ ਉਹ ਗੁਰਮੁਖੀ ਥੋੜਾ ਲਿਖਦੇ ਆ ਜੀ, ਉਹਨਾਂ ਦੀ ਸ਼ਾਹਮੁਖੀ ਜਾਂ ਫਾਰਸੀ ਦੇ ਸ਼ਬਦ ਨੇ। ਮੈਂ ਕਹਾਂਗਾ, ਬਾਬਾ ਜੀ ਬੈਠੇ ਨੇ, ਸਿੱਖ ਪੰਥ ਨੂੰ ਚਾਹੀਦਾ ਇੱਕ ਦਿਨ ਗੁਰਮੁਖੀ ਲਿਪੀ ਦਾ ਦਿਨ ਜ਼ਰੂਰ ਮਨਾਉਣ। ਘੱਟੋ ਘੱਟ ਸਾਰੀਆਂ ਸੰਗਤਾਂ ਆਪਣੇ ਘਰਾਂ 'ਚ ਇੱਕ ਪੇਜ ਗੁਰਮੁਖੀ ਦਾ ਜ਼ਰੂਰ ਲਿਖ। ਆਹ ਗਿਫਟ ਦੇਣੇ ਆ, ਸ਼ੀਲਦਾਂ ਦੇਣੇ ਨੇ ਜੀ ਗੁਰਦੁਆਰਿਆਂ 'ਚ। ਮੈਂ ਕਹਿੰਦਾ ਐਵੇਂ ਫੋਟੋਆਂ ਲਾ ਕੇ ਦੇਣ ਦੀ ਬਜਾਏ ਨਾ, ਗੁਰਮੁਖੀ ਦੀ ਲਿਪੀ ਦਿਓ। ਘੱਟੋ ਘੱਟ ਜਿਸ ਘਰ ਦੇ ਵਿੱਚ ਗੁਰਮੁਖੀ ਜਾਏਗੀ, ਉਹਨੂੰ ਪਤਾ ਤਾਂ ਹੋਵੇਗਾ ਮੇਰੀ ਲਿਪੀ ਆਹ ਹੈ। ਇੱਥੇ ਗੁਰੂ ਅੰਗਦ ਸਾਹਿਬ ਨੇ ਕਿਰਪਾ ਕੀਤੀ, ਜਿਹੜੀ ਮੈਂ ਆਪ ਜੀ ਨੂੰ ਅੱਜ ਬੇਨਤੀ ਕਰਕੇ ਜਾਣੀ ਹੈ। ਇੱਥੇ ਲੰਗਰ ਚੱਲੇ, ਸ਼ਬਦ ਦੇ ਲੰਗਰ ਚੱਲੇ। ਜਿਵੇਂ ਬਾਬਾ ਸੇਵਾ ਸਿੰਘ ਜੀ ਜ਼ਿਕਰ ਕਰਕੇ ਗਏ ਰਾਮਪੁਰ ਖੇੜੇ ਵਾਲੇ, ਬਹੁਤ ਖੁਸ਼ੀ ਹੁੰਦੀ ਹੈ ਕਿ ਇੱਥੇ ਲੰਗਰ ਵੀ ਚੱਲ ਰਿਹਾ ਹੈ, ਇੱਥੇ ਸ਼ਬਦ ਦਾ ਲੰਗਰ ਵੀ ਚੱਲ ਰਿਹਾ ਹੈ। ਤੇ ਸਮੇਂ ਦਾ ਖਾਣੀ ਬਣਨ ਵਾਸਤੇ ਦੁਨਿਆਵੀ ਤਾਲੀਮ ਨਹੀਂ ਦਿੱਤੀ ਜਾ ਰਹੀ, ਕਿਉਂਕਿ ਸਮੇਂ ਦਾ ਖਾਣੀ ਬਣਨਾ ਬਹੁਤ ਜ਼ਰੂਰੀ ਹੈ। ਤੇ ਗੱਲ ਯਾਦ ਰੱਖਿਓ, ਸਿੱਖਾਂ ਦੇ ਖੂਨ ਵਿੱਚ ਹੈ ਰਾਜ। ਤੇ ਬਾਣੀ ਨੇ ਕਿਹਾ, ਜਿਸ ਕਾ ਰਾਜ ਤਿਸੀ ਕਾ ਸੁਪਨਾ। ਜਿਹਦਾ ਰਾਜ ਹੁੰਦਾ, ਸੁਪਨੇ ਉਹਦੇ ਪੂਰੇ ਹੁੰਦੇ। ਇੱਥੇ ਗੁਰੂ ਸਾਹਿਬ ਜੀ ਨੇ ਇੱਕ ਹੋਰ ਜਿਹੜੀ ਕਿਰਪਾ ਕੀਤੀ, ਉਹ ਮੈਂ ਇੱਕ ਘਟਨਾ ਆਪ ਨੂੰ ਸੁਣਾ ਕੇ ਸਮਾਪਤੀ ਕਰਾਂਗਾ ਜੀ। ਸਿੰਘ ਸਾਹਿਬ ਅਤੀ ਸਨਮਾਨਯੋਗ ਦਰਬਾਰ ਸਾਹਿਬ ਜੀ ਤੋਂ ਇਹ ਗਿਆਨੀ ਬਲਵਿੰਦਰ ਸਿੰਘ ਜੀ ਆਏ ਨੇ। ਜੀ ਆਇਆਂ। ਇੱਥੇ ਸਤਿਗੁਰੂ ਰੋਜ਼ਾਨਾ ਜਿੱਥੇ ਬੱਚਿਆਂ ਨੂੰ ਪੜ੍ਹਾਉਂਦੇ ਸਨ, ਜਿੱਥੇ ਮੱਲ ਅਖਾੜਾ ਸੀ ਜੀ, ਆ ਵਰਸ਼ਾਂ ਕੀਤੀਆਂ ਜਾਂਦੀਆਂ ਸਨ, ਜਿਹਨੂੰ ਅੱਜ ਕੱਲ ਸਾਡੇ ਬੰਦੇ ਪੈਸੇ ਦੇ ਕੇ ਜਿਮ 'ਚ ਜਾਂਦੇ ਆ। ਇੱਥੇ ਰੋਜ਼ ਜਿਮ ਬਣਦਾ ਹੁੰਦਾ ਸੀ ਗੁਰੂ ਅੰਗਦ ਸਾਹਿਬ ਦੇ ਵੇਲੇ। ਪਹਿਲਵਾਨ ਆਉਣੇ, ਮੱਲ ਅਖਾੜਾ, ਕਸਰਤਾਂ ਹੋਣੀਆਂ। ਇੱਥੇ ਗੁਰਮਖੋ ਰੂਹਾਨੀਅਤ ਦੀ ਛੂਹ ਵਾਲੇ ਐਸੇ ਸਿੱਖ ਪੈਦਾ ਹੋਏ, ਜਿਹੜੇ ਬਹੁਤ ਉੱਚੇ ਗਏ, ਤੇ ਜਿਨ੍ਹਾਂ ਦੀ ਕੀਤੀ ਕੋਈ ਸੇਵਾ ਨੂੰ ਕਦੀ ਅਸੀਂ ਭੁੱਲ ਨਹੀਂ ਸਕਦੇ। ਇੱਥੇ ਗੁਰੂ ਅੰਗਦ ਸਾਹਿਬ ਇੱਕ ਦਿਨ ਦਰਬਾਰ 'ਚ ਬੈਠੇ ਆ। ਤੁਹਾਡੇ ਨੇੜੇ ਦਰਿਆ ਟੱਪ ਕੇ ਸੁਲਤਾਨਪੁਰ ਦੇ ਨੇੜੇ ਡੱਲਾ ਪਿੰਡ ਹੈ। ਮੈਂ ਇੱਕ ਵਾਰ ਸ਼ਾਇਦ ਅਰਜ਼ ਕੀਤੀ ਸੀ, ਉੱਥੋਂ ਇੱਕ ਸੱਜਣ ਆਤਮ ਢੰਡਾਊ
ਅੰਦਰ ਭੁੱਖ ਪੈਦਾ ਹੋਈ ਤੇ ਉਹ ਦਰਿਆ ਪਾਰ ਕਰਕੇ ਖਡੂਰ ਸਾਹਿਬ ਆ ਗਿਆ। ਗੁਰੂ ਅੰਗਦ ਸਾਹਿਬ ਮਹਾਰਾਜ ਬੈਠੇ ਹੋਏ ਸਨ ਤੇ ਉਸ ਸੱਜਣ ਨੇ ਆ ਕੇ ਕੀਰਤਨ ਸੁਣਿਆ, ਦਰਬਾਰ ਦੀ ਹਾਜ਼ਰੀ ਭਰੀ, ਲੰਗਰ ਛਕਿਆ। ਤੇ ਜਦੋਂ ਹਜ਼ੂਰ ਦੇ ਕੋਲ ਬਚਨ ਬਿਲਾਸ ਕਰਨ ਦਾ ਮੌਕਾ ਮਿਲਿਆ ਤੇ ਮਹਾਰਾਜ ਜੀ ਨੂੰ ਪਹਿਲਾ ਸਵਾਲ ਕਰਦਾ, ਸਤਿਗੁਰੂ ਜੀ ਪਰਮਹੰਸ ਕੌਣ ਹੁੰਦਾ ਹੈ? ਪਰਮਹੰਸ ਕਿਸ ਨੂੰ ਕਹਿੰਦੇ ਆ? ਸਤਿਗੁਰੂ ਕਹਿੰਦੇ ਨੇ, ਤੂੰ ਕਾਸ ਵਾਸਤੇ ਤੁਸੀਂ ਪੁੱਛਦੇ ਹੋ? ਕਹਿੰਦਾ ਜੀ ਮੈਂ ਸੁਣਿਆ ਲੋਕੀ ਬੜੇ ਆਪਣੇ ਆਪ ਨਾਮ ਨਾਲ ਪਰਮਹੰਸ ਲਾਉਂਦੇ ਆ। ਸਿੱਖਾਂ ਦੀ ਭਗਤ ਮਾਲ ਚ ਲਿਖਿਆ ਹੈ ਕਿ ਗੁਰੂ ਅੰਗਦ ਸਾਹਿਬ ਜੀ ਨੇ ਫਰਮਾਇਆ ਕਿ ਪਰਮਹੰਸ ਉਹ ਹੁੰਦਾ ਹੈ ਜਿਵੇਂ ਹੰਸ ਮਾਨ ਸਰੋਵਰ ਤੇ ਜਾਂਦਾ ਹੈ ਤੇ ਮੋਤੀ ਚੁਣਦਾ ਹੈ, ਤੇ ਪਰਮਹੰਸ ਉਹ ਹੁੰਦਾ ਹੈ ਜਿਹੜਾ ਆਪਣੇ ਸੁਰਤ ਦੀ ਜੀਭ ਦੇ ਨਾਲ ਗੁਰੂ ਦੇ ਸ਼ਬਦ ਦਾ ਮੋਤੀ ਚੁਣਦਾ। ਉੱਥੇ ਬੜੀ ਡਿਟੇਲ ਦਿੱਤੀ ਕਿ ਹੰਸ ਉਹ ਹੁੰਦਾ ਹੈ ਜਿਹਦੇ ਸਾਹਮਣੇ ਦੁੱਧ ਤੇ ਪਾਣੀ ਇਕੱਠਾ ਰੱਖੋ, ਉਹਦੀ ਚੁੰਝ ਵਿੱਚ ਖਟਾਸ ਹੈ, ਜਦੋਂ ਉਹ ਦੁੱਧ ਨੂੰ ਛੂੰਹਦਾ ਹੈ ਤੇ ਉਸੇ ਵਕਤ ਦੁੱਧ ਫਟ ਕੇ ਦੋ ਹਿੱਸੇ ਹੋ ਜਾਂਦਾ ਹੈ, ਦਹੀਂ ਦੀ ਤਰ੍ਹਾਂ ਫੁੱਟੀਆਂ ਬਣ ਜਾਂਦਾ ਤੇ ਪਾਣੀ ਇੱਕ ਪਾਸੇ ਹੋ ਜਾਂਦਾ। ਹੰਸ ਜਿਹੜਾ ਹੈ ਉਹ ਫੁੱਟੀਆਂ ਖਾ ਲੈਂਦਾ ਦੁੱਧ ਦੀਆਂ, ਆਪਾਂ ਚਲੋ ਸ਼ਬਦ ਪੀ ਲੈਣਾ ਕਹਿੰਦੇ ਆ, ਤੇ ਪਾਣੀ ਨੂੰ ਛੱਡ ਦਿੰਦਾ। ਇੱਥੇ ਮਹਾਰਾਜ ਕਹਿੰਦੇ ਨੇ ਕਿ ਪਰਮਹੰਸ ਉਹ ਹੈ ਜਿਹੜਾ ਆਤਮਾ ਨੂੰ ਸਤ ਮੰਨਦਾ ਹੈ ਤੇ ਦੇਹ ਨੂੰ ਅਨਿਤ ਮੰਨਦਾ ਹੈ। ਦੁੱਖ ਦੇਹ ਨੂੰ ਨੇ, ਆਤਮਾ ਨੂੰ ਕੋਈ ਦੁੱਖ ਨਹੀਂ। ਉਹ ਆਪਣੇ ਸਰੀਰ ਵਿੱਚ ਰਹਿੰਦਾ ਹੋਇਆ ਸਰੀਰ ਤੋਂ ਨਿਰਲੇਪ ਰਹਿੰਦਾ ਹੈ। ਸੱਚ ਇਹ ਵੇ ਕਿ ਉਹ ਆਤਮਾ ਤੇ ਸਰੀਰ ਨੂੰ ਵੱਖ ਜਾਣਦਾ ਹੈ। ਦੁੱਖ ਸੁੱਖ ਮਾਨ ਅਪਮਾਨ ਘਾਟਾ ਲਾਭ ਜਨਮ ਮਰਨ ਇਹ ਮੌਤ ਜੋ ਕੁਝ ਹੈ ਇਹ ਸਰੀਰ ਦਾ ਧਰਮ ਹੈ। ਪਰਮਹੰਸ ਹੋਵੇ ਜਿਹਨੂੰ ਆਤਮਾ ਦੇ ਧਰਮ ਦੀ ਸਮਝ ਪੈ ਜਾਏ ਕਿ ਆਤਮਾ ਤਾਂ ਸੱਤ ਹੈ, ਇਹਨੂੰ ਦੁੱਖ ਨਹੀਂ ਵਿਆਪਣਾ, ਇਹਨੂੰ ਨਿੰਦਿਆ ਨਹੀਂ ਵਿਆਪਣੀ, ਇਹਨੂੰ ਕੋਈ ਲੇਪ ਸ਼ੇਪ ਨਹੀਂ। ਜਦੋਂ ਮਹਾਰਾਜ ਜੀ ਨੇ ਪੂਰੀ ਵਿਸਤਾਰ ਨਾਲ ਸਮਝਾਇਆ ਤੇ ਉੱਠਣ ਲੱਗਿਆ ਕਹਿੰਦਾ ਜੀ ਕੋਈ ਪਰਮਹੰਸ ਬਣ ਸਕਦਾ ਹੈ? ਕੋਈ ਪਰਮਹੰਸ ਬਣ ਸਕਦਾ ਹੈ? ਹਜ਼ੂਰ ਮੁਸਕਰਾ ਪਏ ਤੇ ਗੁਰੂ ਅੰਗਦ ਦੇਵ ਜੀ ਦੀ ਅੰਮ੍ਰਿਤ ਦ੍ਰਿਸ਼ਟੀ ਸੀ, ਜਿਨ੍ਹਾਂ ਤੇ ਦ੍ਰਿਸ਼ਟ ਪੈਂਦੀ ਸੀ। ਇਸ ਥਾਂ ਤੇ ਇਸ ਨਗਰ ਵਿੱਚ ਦੁਖੀ ਲੋੜਵੰਦ ਰੋਗੀ ਸਵੇਰੇ ਰੋਜ਼ ਆਉਂਦੇ ਸਨ ਤੇ ਗੁਰੂ ਅੰਗਦ ਸਾਹਿਬ ਜੀ ਅੰਮ੍ਰਿਤ ਦ੍ਰਿਸ਼ਟੀ ਉਹਨਾਂ ਰੋਗੀਆਂ ਦੇ ਰੋਗ ਖੰਡਨ ਕਰਦੀ ਸੀ। ਇਸੇ ਕਰਕੇ ਬਾਣੀ ਨੇ ਕਿਹਾ ਤੁਧ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਏ। ਉਹਨੇ ਉੱਠਦਿਆਂ ਪੁੱਛਿਆ ਜੀ ਮਹਾਰਾਜ ਕੋਈ ਪਰਮਹੰਸ ਬਣਦਾ ਹੈ? ਹਜ਼ੂਰ ਪੁੱਛਦੇ ਆ ਤੁਸੀਂ ਆਏ ਕਿੱਥੋਂ, ਨਾਮ ਕੀ? ਕਹਿੰਦਾ ਨਾਮ ਮੇਰਾ ਹੈ ਪਾਰੋ, ਗੋਤ ਮੇਰੀ ਹੈ ਜੁਲਕਾ, ਮੈਂ ਪਾਰੋਂ ਆਇਆ ਵਾਂ। ਹੁਣ ਖਡੂਰ ਸਾਹਿਬ ਤੋਂ ਬੈਠਿਆ ਪਾਰੋਂ ਹੀ ਕਹਿਣਾ ਨਾ, ਵੀ ਦਰਿਆ ਤੋਂ ਪਾਰੋਂ। ਨਾਮ ਪਾਰੋ ਹੈ, ਜੁਲਕਾ ਹਾਂ, ਪਾਰੋਂ ਆਇਆ ਡੱਲੇ ਤੋਂ। ਹਜ਼ੂਰ ਨੇ ਹੱਸ ਕੇ ਕਿਹਾ ਓਏ ਸ਼ਬਦ ਵਰਤੇ ਪਾਰੋ, ਪਾਰ ਵਾਲੇ ਨੂੰ ਮਿਲਦਾ ਰਹੀ, ਗੋਇੰਦਵਾਲ ਪਾਰ ਵਾਲੇ ਨੂੰ ਮਿਲਦਾ ਰਹੀ। ਤੂੰ ਪਰਮਹੰਸ ਦੀ ਵਿਆਖਿਆ ਪੁੱਛਣਾ ਹੈ, ਇੱਕ ਦਿਨ ਪਾਰ ਵਾਲਾ ਤੈਨੂੰ ਪਰਮਹੰਸ ਬਣਾ ਦੇ। ਉਹ ਗੁਰੂ ਅੰਗਦ ਸਾਹਿਬ ਤੋਂ ਉਹਨਾਂ ਨੂੰ ਛੂਹ ਮਿਲੀ। ਭਾਈ ਗੁਰਦਾਸ ਸਾਹਿਬ ਨੇ ਇੱਕ ਪੂਰੀ ਤੁਕ ਦਿੱਤੀ ਹੈ ਭਾਈ ਪਾਰੋ ਨੂੰ। ਉਹਨਾਂ ਦੀ ਬਾਣੀ 'ਚ ਪਾਰੋ ਜੁਲਕਾ ਪਰਮਹੰਸ ਪੂਰੇ ਸਤਿਗੁਰ ਕਿਰਪਾ ਧਾਰੀ, ਪੂਰੀ ਤੁਕ ਹੈ ਭਾਈ ਪਾਰੋ ਨੇ ਕਿ ਪਾਰੋ ਜੁਲਕਾ ਪਰਮਹੰਸ ਪੂਰੇ ਸਤਿਗੁਰ ਕਿਰਪਾ ਧਾਰੀ। ਮੈਂ ਕਿਉਂ ਬੇਨਤੀ ਕੀਤੀ ਜੀ, ਇੱਥੋਂ ਇੱਕ ਬੜੀ ਵੱਡੀ ਕਿਰਪਾ ਮਿਲ ਗਈ ਜੀ। ਸੁਣੀ ਜਾਓ, ਮੈਂ ਥੋੜਾ ਜਿਹਾ ਸਾਖੀ ਗੂੜ ਗੱਲ ਕੋਈ ਨਹੀਂ ਕਰਦਾ, ਮੈਨੂੰ ਪਤਾ ਪਿੰਡਾਂ ਤੋਂ ਵੀ ਸੰਗਤ ਹੈ ਤੇ ਮੈਂ ਇਸ ਕਰਕੇ ਸਾਖੀਆਂ ਲੈ ਲਈਆਂ ਜ਼ਿਆਦਾ। ਇਹ ਚਲੇ ਗਏ। ਗੁਰੂ ਅੰਗਦ ਸਾਹਿਬ ਤੋਂ ਬਾਅਦ ਧੰਨ ਗੁਰੂ ਅਮਰਦਾਸ ਜੀ ਗੁਰਤਾ ਗੱਦੀ ਤੇ ਬਿਰਾਜਮਾਨ ਹੋ ਗਏ। ਗੁਰਮਖੋ ਕਿੰਨੇ ਕੁ ਸ਼ਬਦ ਵਰਤਾਂ ਇਸ ਧਰਤੀ ਲਈ। ਇਸ ਧਰਤੀ ਤੇ 12 ਸਾਲ ਬਜ਼ੁਰਗ ਨੇ ਗਾਗਰ ਢੋ ਕੇ ਦੱਸਿਆ, ਲੋਕੋ ਬੁਢੇਪਾ ਸਰੀਰ ਢਲਣ ਦਾ ਨਾਮ ਨਹੀਂ ਹੁੰਦਾ, ਬੁਢੇਪਾ ਅੰਦਰ ਦੀ ਡਿੱਗੀ ਕੋਈ ਸੁਰਤ ਦਾ ਨਾਮ ਹੁੰਦਾ। ਗੁਰੂ ਅਮਰਦਾਸ ਗੁਰਤਾ ਗੱਦੀ ਤੇ ਬਿਰਾਜਮਾਨ ਹੋ ਗਏ। ਭਾਈ ਪਾਰੋ ਰੋਜ਼ ਡੱਲੇ ਪਿੰਡ ਤੋਂ ਗੋਇੰਦਵਾਲ ਸਾਹਿਬ ਆਉਂਦੇ ਰਹੇ, ਰੋਜ਼ਾਨਾ ਆਉਣਾ, ਘੋੜੀ ਤੇ ਚੜ ਕੇ ਆਉਂਦੇ ਸਨ। ਉਹਨਾਂ ਬਾਰੇ ਕਿਹਾ ਜਾਂਦਾ ਵੀ ਇੰਨੀ ਉੱਚੀ ਆਵਾਜ਼ 'ਚ ਰਸਦਾਇਕ ਇੰਨੀ ਸੁਰੀਲੀ ਆਵਾਜ਼ ਸੀ
ਜਦੋਂ ਬਾਣੀ ਪੜ੍ਹਦੇ ਸਨ ਤੇ ਪੰਛੀ ਉਹਨਾਂ ਦੀ ਘੋੜੀ ਦੇ ਪਿੱਛੇ ਉੱਡਦੇ ਹੁੰਦੇ ਸਨ। ਯਾਦ ਰੱਖਿਓ, ਬਾਣੀ 'ਚ ਬੜੀ ਵੱਡੀ ਸਮਰੱਥਾ ਹੈ। ਬਾਣੀ ਕੇਵਲ ਮਨੁੱਖ ਦਾ ਉਧਾਰ ਹੀ ਨਹੀਂ ਕਰਦੀ, ਇਹ ਪਸ਼ੂ ਪ੍ਰੇਤ ਮੁਗਧ ਕੋ ਤਾਰੇ ਹੈ ਇਹ ਬਾਣੀ। ਉਹਨਾਂ ਨੇ ਜਦੋਂ ਆਉਣਾ ਪਿੱਛੋਂ ਪੰਛੀ ਉੱਡਣੇ। ਇੱਕ ਦਿਨ ਕੀ ਹੋਇਆ, ਇਹਨਾਂ ਦਰਿਆ ਚੜਿਆ ਬਿਆਸ, ਇਹਦੇ ਕਿਨਾਰੇ ਤੇ ਜਲੰਧਰ ਦਾ ਸੂਬੇਦਾਰ ਬੈਠਾ। ਭਾਈ ਸਾਹਿਬ ਆਏ, ਉਹਨਾਂ ਨੇ ਆਪਣੀ ਘੋੜੀ ਜਿਹੜੀ ਇਹ ਦਰਿਆ ਵਿੱਚ ਠੇਲ ਦਿੱਤੀ। ਇਹ ਤੇਜ਼ ਦਰਿਆ ਚੱਲਦਾ ਹੋਇਆ ਚੀਰ ਕੇ ਗੋਇੰਦਵਾਲ ਸਾਹਿਬ ਚਲੇ ਗਏ, ਸੇਵਾ ਕਰਕੇ ਵਾਪਸ ਆ ਗਏ। ਉਹ ਅਜੇ ਵੀ ਉੱਥੇ ਬੈਠਾ, ਉਹਦਾ ਨਾਮ ਸੀ ਅੱਲਾ ਯਾਰ। ਉਹਨੇ ਕਿਹਾ ਵੀ ਇੰਨਾ ਪਾਣੀ ਚੜਿਆ, ਤੁਸੀਂ ਚੀਰ ਕੇ ਨਿਕਲ ਗਏ, ਵਾਪਸ ਆ ਗਏ, ਤੇ ਇਹ ਤੁਹਾਨੂੰ ਡਰ ਨਹੀਂ ਲੱਗਾ? ਭਾਈ ਪਾਰੋ ਜੀ ਕਹਿੰਦੇ ਆ, ਡਰ ਕਾਹਦਾ ਲੱਗਣਾ ਹੈ, ਉਸ ਕੋਲ ਗਿਆ ਜਿਹੜਾ ਭਵ ਸਾਗਰ ਤੋਂ ਪਾਰ ਕਰ ਦਿੰਦਾ, ਦਰਿਆ ਨੇ ਮੇਰਾ ਕੀ ਵਿਗਾੜ ਲੈਣਾ। ਕਹਿੰਦਾ ਕੌਣ? ਕਹਿੰਦੇ ਉਹ ਸਾਹਮਣੇ ਗੋਇੰਦਵਾਲ ਵਾਲੇ ਸਤਿਗੁਰੂ ਮੇਰੇ। ਉਹ ਸੂਬੇਦਾਰ ਕਹਿੰਦਾ ਮੈਨੂੰ ਨਾਲ ਲੈ ਚੱਲ। ਉਸੇ ਵਕਤ ਘੋੜੀ ਤੇ ਬਿਠਾ ਕੇ ਨਾਲ ਲੈ ਗਏ। ਗੁਰੂ ਅਮਰਦਾਸ ਜੀ ਨੇ ਦੇਖਿਆ, ਪਹਿਲੀ ਦ੍ਰਿਸ਼ਟੀ ਕੀਤੀ। ਯਾਦ ਰੱਖਿਓ, ਅੱਲਾ ਯਾਰ ਗੁਰੂ ਕਾ ਸਿੱਖ ਬਣਿਆ। 22 ਮੰਜੀਆਂ ਵਿੱਚੋਂ ਇੱਕ ਮੰਜੀ ਗੁਰੂ ਅਮਰਦਾਸ ਨੇ ਉਹਨੂੰ ਦਿੱਤੀ। ਮੈਂ ਤੁਹਾਨੂੰ ਇੱਕ ਬੇਨਤੀ ਕਰ ਲੱਗਾ, ਇੱਥੇ ਚਿੰਗ ਲੱਗੀ ਹੈ ਸਿੱਖੀ ਦੀ, ਇੱਥੇ ਜੀਵਨ ਪਲਟਿਆ। ਆ ਜਿਹੜੇ ਵਿਸਾਖੀ ਤੇ ਦੀਵਾਲੀ ਦਾ ਇਕੱਠ ਸੀ, ਕਿਉਂਕਿ ਇਹ ਵਿਸਾਖੀ ਆਪਾਂ ਕਹਿੰਦੇ ਖਾਲਸੇ ਦਾ ਸਿਰਜਣਾ ਦਿਵਸ, ਦੀਵਾਲੀ ਨੂੰ ਬੰਦੀ ਛੋੜ ਨਾਲ, ਪਰ ਗੁਰਮਖੋ ਹੁਕਮਨਾਮੇ ਪੜੋ। ਪਹਿਲਾਂ ਵਿਸਾਖੀ ਤੇ ਦੀਵਾਲੀ ਦੀ ਇਕੱਠ ਦੀ ਸ਼ੁਰੂਆਤ ਭਾਈ ਪਾਰੋ ਨੇ ਕਰਾਈ ਸੀ ਗੋਇੰਦਵਾਲ ਸਾਹਿਬ। ਉਦੋਂ ਕਾਰਨ ਸੀ। ਹੁਣ ਤਾਂ ਚਲੋ ਵਿਸਾਖੀ ਤੱਕ ਆਪਾਂ ਕਣਕ ਗਾ ਵੀ ਛੱਡਨੇ ਆ। ਆਪ ਬਜ਼ੁਰਗਾਂ ਨੂੰ ਪਤਾ ਹੋਣਾ, ਜਦੋਂ ਵਿਸਾਖੀ ਆਉਂਦੀ ਸੀ ਉਦੋਂ ਜੇ ਸਿੱਟੇ ਲੈ ਕੇ ਆਉਂਦੇ ਸਨ, ਜਦੋਂ ਫਲੇ ਹੁੰਦੇ ਸਨ। ਭਾਈ ਸਾਹਿਬ ਨੇ ਵਿਸਾਖੀ ਤੇ ਦੀਵਾਲੀ ਸ਼ੁਰੂ ਕਰਾਈ। ਮੈਂ ਆਪ ਨੂੰ ਬੇਨਤੀ ਕਰਾਂ ਉਹਨਾਂ ਦੇ ਸਬੰਧ ਵਿੱਚ ਕਿ ਗੁਰੂ ਅਮਰਦਾਸ ਮਹਾਰਾਜ ਇੱਕ ਦਿਨ ਭਾਈ ਪਾਰੋ ਜੀ ਨੂੰ ਕੋਲ ਬੁਲਾਇਆ, ਕਹਿਣ ਲੱਗੇ ਸਾਡਾ ਦਿਲ ਕਰਦਾ ਹੈ ਤੁਹਾਨੂੰ ਗੁਰਗੱਦੀ ਦੇ ਦੇਈਏ, ਇਹ ਸਾਡੀ ਤਵਾਰੀਖ ਹੈ, ਸਾਡਾ ਦਿਲ ਕਰਦਾ ਤੁਹਾਨੂੰ ਗੁਰਗੱਦੀ ਦੇ ਦੇਈਏ। ਭਾਈ ਪਾਰੋ ਜੀ ਨੇ ਸੁਣਿਆ, ਇੱਕੋ ਦਮ ਕਹਿੰਦੇ ਨੇ ਜਿਵੇਂ ਕਰੰਟ ਲੱਗਦਾ ਸਰੀਰ ਨੂੰ। ਹਜ਼ੂਰ ਨੇ ਕਿਹਾ ਤੁਹਾਨੂੰ ਗੁਰਗੱਦੀ ਦੇ ਦਈਏ? ਕਹਿੰਦੇ ਇੱਕੋ ਦਮ ਕੰਬ ਗਏ, ਦੋਨੋਂ ਹੱਥ ਜੋੜੇ, ਮੱਥਾ ਟੇਕ ਕੇ ਗੁਰਦੇਵ ਦੇ ਚਰਨ ਪਕੜ ਲਏ। ਕਹਿਣ ਲੱਗੇ ਸਤਿਗੁਰੂ ਮੈਨੂੰ ਗੱਦੀ ਨਹੀਂ ਚਾਹੀਦੀ, ਮੈਨੂੰ ਤੇਰੀ ਗੋਦੀ ਚਾਹੀਦੀ ਹੈ। ਗੱਦੀ ਨਹੀਂ, ਗੋਦੀ ਚਾਹੀਦੀ ਹੈ। ਗੁਰਿਆਈ ਤੇ ਆਪ ਸ਼ੋਭਦੇ ਹੋ। ਅਗਲਾ ਸ਼ਬਦ ਜਿਹੜਾ ਮੰਗਿਆ, ਕਹਿਣ ਲੱਗੇ ਸਤਿਗੁਰੂ ਮੇਰੇ ਤੇ ਕਿਰਪਾ ਦ੍ਰਿਸ਼ਟੀ ਕਰੋ, ਜੇ ਟੁੱਟੇ ਹੋ ਤਾਂ ਗੁਰੂ ਨਾ ਬਣਾਓ, ਮੈਨੂੰ ਗੁਰਸਿੱਖ ਬਣਨ ਦੀ ਦਾਤ ਦੇ ਦਿਓ, ਮੈਨੂੰ ਗੁਰਸਿੱਖੀ ਦਿਓ। ਕਵੀ ਸੰਤੋਖ ਸਿੰਘ ਦੇ ਸ਼ਬਦ ਨੇ, ਹਜ਼ੂਰ ਨੇ ਇਹ ਸ਼ਬਦ ਕਹੇ, ਕਹਿਣ ਲੱਗੇ ਪਰਮਹੰਸ ਮੋਰੋ ਹੀ ਰੂਪ, ਗੁਰੂ ਅਮਰਦਾਸ ਜੀ ਪਰਮ ਸਿਆਣਪ ਮਹਾ ਅਨੂਪ, ਬਖਸ਼ਤ ਹੂੰ ਮੈਂ ਜਗ ਗੁਰਿਆਈ, ਕਰੋ ਉਧਾਰ ਲੋਕ ਸਮਝਾਈ। ਤੁਹਾਨੂੰ ਗੁਰਗੱਦੀ ਦਿੱਤੀ। ਅੱਗੇ ਕਹਿੰਦੇ ਕਰ ਜੋਰੇ, ਹੱਥ ਜੋੜ ਲੈ, ਪਾਰੋ ਪਗ ਪਰਿਓ, ਤਰਾਏ ਤਰਾਏ ਕਰ ਬਚਨ ਉਚਰਿਓ, ਪ੍ਰਭ ਜੀ ਗੁਰਸਿੱਖੀ ਮੁਝ ਭਾਵੈ, ਗੁਰਿਆਈ ਸਤਿਗੁਰੈ ਸੁਹਾਵੈ। ਕਮਾਲ ਦੀ ਗੱਲ ਜੀ, ਸਾਨੂੰ ਗੁਰਸਿੱਖੀ ਦਿਓ। ਗੁਰਿਆਈ ਆਪ ਜੀ ਨੂੰ ਸ਼ੋਭਦੀ। ਅਗਲੀ ਗੱਲ, ਮੁਝ ਪਰ ਕਿਰਪਾ ਦ੍ਰਿਸ਼ਟ ਕੋ ਧਰੀ ਗਏ, ਗੁਰਸਿੱਖੀ ਪਦ ਬਖਸ਼ਣ ਕਰੀਏ, ਤੁਸੀਂ ਕਿਰਪਾ ਕਰੋ ਮੇਰੇ ਤੇ, ਮੈਨੂੰ ਗੁਰਸਿੱਖੀ ਦੀ ਦਾਤ ਦਿਓ। ਗੁਰਮਖੋ ਪੁਸ਼ਤਾਂ ਲਈ ਮੰਗ ਹੈ ਭਾਈ ਪਾਰੋ ਜੀ। ਇੱਥੋਂ ਛੂਹ ਮਿਲੀ ਖਡੂਰ ਸਾਹਿਬ ਤੋਂ। ਮਹਾਰਾਜ ਜੀ ਨੇ, ਗੁਰੂ ਅਮਰਦਾਸ ਜੀ ਨੇ ਕਿਹਾ ਭਾਈ ਪਾਰੋ ਤੈਨੂੰ ਪੀੜ੍ਹੀਆਂ ਤੱਕ ਸਿੱਖੀ ਦਿੱਤੀ। ਜਿਸ ਵਕਤ ਚੰਦੂ ਦੀ ਬੇਟੀ ਦਾ ਰਿਸ਼ਤਾ ਮੋੜਿਆ ਗਿਆ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਵਿਆਹ ਭਾਈ ਪਾਰੋ ਦੇ ਖਾਨਦਾਨ ਵਿੱਚ ਹੋਇਆ। ਆਪ ਨੂੰ ਪਤਾ ਹੋਣਾ, ਪ੍ਰਿੰਸੀਪਲ ਸਤਬੀਰ ਸਿੰਘ ਲਿਖਦੇ ਆ, ਜਿਸ ਵਕਤ ਖਾਲਸਾ ਜੀ ਦੀ ਸਿਰਜਣਾ ਹੋਈ ਤੇ ਗੁਰਮੁਖੋ ਪਹਿਲੇ ਜਿਹੜੇ ਸਿੱਖ ਉੱਠੇ ਭਾਈ ਦਇਆ ਰਾਮ ਜੀ, ਉਹ ਭਾਈ ਪਾਰੋ ਦੀ ਅੰਸ਼ ਬੰਸ ਵਿੱਚੋਂ ਸੀ। ਮੈਂ ਸਿਰਫ ਇਸ ਕਰਕੇ ਬੇਨਤੀ ਕੀਤੀ, ਇਸ ਧਰਤੀ ਤੇ ਪਰਮਹੰਸ ਦੀ ਅਵਸਥਾ ਕਿੰਨੀ ਕੁ ਹੈ, ਸਿਰਫ ਇਹ ਬੇਨਤੀ ਕਰਕੇ। ਗੁਰੂ ਗ੍ਰੰਥ ਸਾਹਿਬ ਵਿੱਚ ਵੀ, ਕਿਉਂਕਿ ਜਦੋਂ ਕੋਈ ਇਸ ਅਵਸਥਾ 'ਚ ਪਹੁੰਚਦਾ, ਮੈਂ ਤਾਂ ਸਿਰਫ ਗੱਲਾਂ ਹੀ ਕਰ ਰਿਹਾ ਹਾਂ,
मैं आरंभ च कह दिता भी साडे कोल समर्था नहीं असीं मुकम्मल अर्थ कर सकीए, पर इस करके सिफतां करी दियां ने, शायद इस अवैड़े मन नूं शर्म आ जाए किते तोरी पवे। देखो जदों कमाई वाला जिहड़ा है ना, आम नीवी बिरती वाला उन्होंने नहीं समझ ओदी अवस्था की। गुरु ग्रंथ साहिब च दो श्लोक ने, एक है कलर केड़ी छपड़ी आए उलथे खंज, कलर केड़ी छपड़ी आए उलथे खंज, चिंजू बोड़न ना पीवै उड्डण संधी डंज। ये श्लोक दे अखरी अर्थ ने कि कलरी छपड़ी, कलर दे पानी वाला छप्पड़ सी जी, कलरी मिट्टी वाला। हंस आया, उन्हें आके कलरी मिट्टी दे विच पानी दे विच छपड़ी च चुंझ मारी ते लोकां ने नाल ही काम शुरू कर दिता। और वेखो हंस होए, ये कादा हंस जी, मोती खाण वाला कलर दे पानी च चुंझा मारदा पिया। बाबा फरीद कहंदे लोको समझो ये हंस पानी पी नहीं आया कलर दा, छपड़ी वालिया तू एदा शुकराना कर, हो सकदा जान लग्या तेरी इस छपड़ी दे किनारे कोई मोती उगल जाए। ਇਹਦਾ ਭਾਵ अर्थ की है? बंदगी करने वाला जो दुनिया च विचरदा है, आ छपड़ी रूपी जगत दे सुख, आ संसार दी वासना, वो गृहस्थियां दे घरां जांदा है, लोकां नूं मिलदा है। निंदक बंदे निंदिया करन लग पैंदे, कादा बाबा होए, कादा सिख होए। गुरु ग्रंथ साहिब कहंदा एवें निंदिया दा भार ना चुक। हंस कलर दे पानी च चुंझ डोबे, लोक निंदिया करदे आ, उन्हां नूं रिजल्ट दा पता ही नहीं। बंदगी करने वाला जे माड़े बंदे दे घर विच भी जाए, चेते रखी वो वासना लुप्त होनी आ, कुछ जीवन विचों देण आया। कलर केरी छपड़ी आए उलथे खंज, चिंजू बोड़न ना पीवैं, वो पानी नहीं पींदे, उड्डण संधी डंज। ਇਹਦਾ मतलब कलर दी छपड़ी विच खंस गया, पर खंस ओदा सेवन नहीं कर रहा। बंदगी करने वाला वशइयां दे विच भी तुरिया फिरदा है, जीवन पलट के चला जाता है, पर आप वासना च लुप्त नहीं होता। इस तो अगला एक होर श्लोक है, हंस उडर कोदरे पया, कोदरे दा खेत हंस उत्थे पै गया। लोक विडारन जाए, लोकी डांगा लैके तुर पे भी हंस कोदरा खा गया। अगे कहने गैला लोक ना जानदा, हंस ना कोदरा खाए। कमाई वाला कुछ बनांदा है, मान लो असी कहने कार सेवा इन्ना कुछ बनाया, निंदक बंदे कहणगे वेखो अपनियां जायदादां बना सोनू मिलदा, आ कुछ हो गया। पर जिहड़ा सही अर्थां विच गुरमुख महापुरख है, ओदी तुलना दित्ती लोको, हंस जे कोदरे दे खेत च आया, तुहाडा कुछ खान नहीं आया, इस कोदरे दे खेत विच भी उन्हें मोती दे के चले जा। ਇਹਦਾ मतलब संसारी लोको तुहाडे भले लई महापुरख हुंदा है। अगली बेनती, परमहंस गुरमत ने की किया। भाई गुरदास साहब नूं किसे पुछया भी हंस तां हुंदे ने, परमहंस क्यों? मैं तां कहा नहीं, इत्थे सवाल पैदा होया सी परमहंस की हुंदा। भाई साहब कहंदे हंस दा पहला गुण है वो मान सरोवर ते जांदा है, ते सिख दा पहला गुण है वो गुरुद्वारे धर्मशाला च निशान साहब देख के जांदा है। कहंदे हंस दा दूजा गुण है वो मोती चुनदा है, ते परमहंस दा गुण है सुरत दी जीभ नाल नाम दा मोती चुनदा है। सवाल करने वाला कहंदा फिर गुण ते बराबर ही ने ना, जे हंस मान सरोवर ते जांदा, परमहंस गुरुद्वारे जांदा, फिर की फर्क? हंस मोती चुनदा है ते परमहंस सुरत दी जीभ नाल नाम दे मोती चुनदा है, वो कहंदा गुण बराबर। उन्हां तीसरी गल कही भी हंस दुध ते पानी नूं नखेड़ दिंदा है, ते परमहंस गुरमत ते दुरमत नूं नखेड़ दिंदा है। शंकावादी कहंदा फिर सवाल ते उत्ते खलोता रहा ना, गुण तां फिर भी इक्को जिहा रहा। अगे भाई साहब कहंदे लोको, हंस मान सरोवर ते जांदा है ते परमहंस गुरु कोल जांदा है। हंस मोती चुनदा है, परमहंस गुरसिख शब्द दा मोती चुनदा है। हंस दुध ते पानी नूं नखेड़दा है, परमहंस दुरमत ते गुरमत नूं नखेड़दा है। कहन लगे अगली गल याद रखियो, हंस कोल कां आ जाए, सारी जिंदगी हंस कोल बैठा कां ही रहेगा, पर परमहंस गुरसिख कोल कपटी मन काला मन आ जाए ते परमहंस अपने वर्गा हंस बना देंदा है। आ विलक्षणता है। भाई साहब की रचना है, मानसर हंस साध संगत परमहंस, धर्म तुझा धर्मशाला चल आब ही।
उत मुक्ताल आहार दुतिया नास्त इत गुर शब्द सुरत लिव लाभ है उत खीर नीर नरवारो कै बखानियत इत दुर्मत गुरमत समझाव ही। अगले शब्द ने उधर हंस जेड़ा है ओदा जीवन कां दा नहीं बदल सकता। उत बग हंस बंस दुबदा न मेड़ सकै इत काग पाग सम रूप कै लिखाव ही। इत्थे बगले ते कां भी परमहंस बन जाते हैं। मेरे कहण तो मुराद तुसी उस धरती ते बैठे हो जिथे सच्ची मुच्ची उन्हां परमहंसां नूं तुसी याद करदे हो। मैं तां ये शुरुआत लई क्योंकि जीवन ही जीवन पलटदे हुंदे ने। असीं जदों कहने हुण क्योंकि बड़ा चलदा वरतारा, एक बंदा गलती करदा सब नूं बन दिंदे नाल, नहीं जी कोई संत नहीं कोई गुरमुख नहीं। असल च बंदा अंदरों इन्ना क कल्प जांदा है ना, अपनी कल्पना नूं ਜ਼ਾਹਰ ਕਰਨ ਦਾ ਉਹ ਤਰੀਕਾ ही कोई नहीं रहिंदा। मैं कल कहा जी भाई मक्खन शाह वर्गा सिद्दकी सिख सारा दिन घूमदा रहा, 22 टकरे, वो शाम नूं थक गया ते अंदरों आवाज आई 22 पखंडी हो सकते हैं, एक तां किते बैठा ही होवेगा जिन्हों हरकृष्ण साहब ने कहा है। इस बिरती नाल आपां चलीए कि ये धरती बंदगी करन वालियां दी है ते बंदगी करन वालियां दे सिर ते खलोती है। थम्मै कोई ना साध बिन कहता बाबा जी ने, ਇਹਦਾ मतलब थाम था साध ही थम सकता है। साध ना दिखे दिसै जग विच कोवा। असीं सतगुरु दे शब्द दी ओट आसरा लईए। जिवें महापुरख थां पर थां रुख ला लिया, पानी दा प्रबंध हुंदा पिया, ते मैं तां बेनती करांगा जी जे मान लो साडे कोल बाबा जी जंगल भी लवा रहे आ, सानू सारियां नू अपने आप भी रुख लाने चाहिए आ। रुख दरवेश हुंदा है ते दरवेश कुछ दे के जांदा, कुछ लैके नहीं जांदा। मैं हैरान होया गुरु ग्रंथ साहिब विच संत ते रुख एक बराबर ने। फरीदा साहिब दी कर चाकरी दिल दी लाए भरांद, दरवेशां नू लोड़ी है रुखां दी जिरांद। दरवेश रुख वर्गे हुंदे आ ते रुख साडी कोठी जिन्ना थां थोड़ा घेरदा है। आ देखो सामने लगे आ 2-2 3-3 गिट्ठां थां घेरी ते उत्ते ने, ਉਹ ਉੱਤੇ ਵਾਧਾ ਕਰਦੇ ਪਿਆ। ਦਰਵੇਸ਼ ਧਰਤੀ ਤੇ ਥਾਂ ਥੋੜਾ ਹੀ ਲੈਂਦਾ ਪਰ ਉਹਦੀਆਂ ਉਡਾਰੀਆਂ ਉੱਚੇ ਅਸਮਾਨ ਵਿੱਚ ਹੁੰਦੀਆਂ। ਇਹਦੇ ਨਾਲ ਮੈਂ ਸਮਾਪਤੀ ਕਰਾਂਗਾ ਕਿਉਂਕਿ ਇੱਥੇ ਹਰ ਤਰ੍ਹਾਂ ਦੀ ਸੇਵਾ ਹੋ ਰਹੀ ਹੈ। ਭਾਈ ਵੀਰ ਸਿੰਘ ਦਾ ਇੱਕ ਨਜ਼ਮ ਹੈ, ਕਹਿੰਦੇ ਰੁੱਖ ਨੂੰ ਵੱਢਣ ਗਿਆ ਤੇ ਰੁੱਖ ਬੋਲ ਪਿਆ। ਉਂਝ ਬੋਲਦੇ ਨੇ ਰੁੱਖ, ਪਾਤੀ ਪਾਤੀ ਜੀਓ ਪੱਤੇ ਪੱਤੇ ਵਿੱਚ ਚੇਤਨਾ ਹੈ। भाई साहब ने कहा रुख बोल के कहता वो धरती दे तंग दे लोको क्यों नाल साडे लड़दे। रुखां वड्डण वालियां वो धरती दे तंग दे लोको क्यों नाल साडे लड़दे। चौड़े दाओ असां नहीं जाना सीधा जाना चढ़दे। ये धरती दे तंग दे लोको क्यों नाल साडे लड़दे। चौड़े दाओ असां नहीं जाना सीधे जाना चढ़दे। गिठ थां धरती ते मल्ली घेरे अते फैलाओ असाडे विच आसमाना होसन। मेरा फैलाओ आसमान विच होवेगा, घेरे अते फैलाओ असाडे विच आसमाना होसन। गिठ थां धरती ते मल्ली अजे तुसीं ओ लड़दे। किन्नी कुछ थां रुख मलदा है ते पंजाब विच 2 चीज़ां बहुत जरूरी जे, एक रुख ते दूजा पानी। मैं कहना हुण चलो आपां घर बनाने आ ते घट्टो घट एक नाल बोर ये भी कर रही भी सारा पानी जिहड़ा घर दा धरती विच ही जाना। देखो इहदे नाल पानी दी बचत होवेगी जी। पानी नहीं सानू मिलेगा ते जिहड़ा रुख है आ बीमारियां तो बचाएगा, क्योंकि ज्यों-ज्यों बंदा नेचर नू कुदरत नू छेड़दा ते आफतां आउंदियां भी तां ने। ते जे इहनू ना छेड़े इहने कुदरत ने थोड़ा इहनू छेड़ना। जे छेड़ोगे तो अगली ने उत्तर देना ही देना है। बाबा जी का बहुत बहुत धन्यवाद।